ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰਈਅਤ, ਪੜ੍ਹ ਪੜ੍ਹ ਕਰਹਿ ਵਿਚਾਰ। ਬੰਦੇ ਸੇ ਜੇ ਭਵੈ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਤੀਰਥ ਨਾਵੈ ਅਰਚਾ ਪੂਜਾ, ਅਗਰ ਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੀਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤਿਆ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਦੇ ਦੇ ਮੰਗਹਿ ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਚੋਰਾਂ ਜਾਰਾਂ ਤੈ ਕੂੜਿਆਰਾਂ, ਖਾਰਾਬਾਂ ਵੇਕਾਰ। ਇਕ ਹੁੰਦਾ ਖਾਏ ਚਲੈ ਐ ਥਾਊ, ਤਿਨਾ ਭੇਕਾਈ ਕਾਰ। ਜਲ ਥਲ ਜੀਆਂ ਪੁਰੀਆਂ, ਲੋਆਂ ਆਕਾਰਾਂ ਆਕਾਰ। ਓਏ ਜੇ ਆਖੈ ਸੋ ਤੂੰ ਹੈ ਜਾਣੈ, ਤਿਨਾ ਭੇ ਤੇਰੀ ਸਾਰ। ਨਾਨਕ ਭਗਤਾਂ ਭੁਖ ਸਾਲਾਹਨ, ਸਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆ ਪਾਸ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਏ, ਇਹ ਆਸਾ ਕੀ ਵਾਰ ਦੀ 6ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ, ਜਿਸ ਦੀ ਵਿਚਾਰ ਆਪਾਂ ਕੱਲ੍ਹ ਆਰੰਭ ਕੀਤੀ ਸੀ, ਜਿਸ ਦੇ ਵਿੱਚ ਖਾਸ ਕਰਕੇ ਕੱਲ੍ਹ ਇਸੇ ਚੀਜ਼ 'ਤੇ ਜ਼ੋਰ ਦਿੱਤਾ ਗਿਆ ਕਿ ਸ਼ਰ੍ਹਾ ਕੀ ਹੁੰਦੀ ਹੈ, ਕਾਇਦਾ ਕਾਨੂੰਨ ਕੀ ਕਹਿੰਦਾ ਏ, ਮਰਿਆਦਾ ਕੀ ਕਹਿੰਦੀ ਹੈ। ਇੱਕ ਗੱਲ ਗੁਰਮੁਖੋ ਯਾਦ ਰੱਖਿਓ, ਜਿੰਨਾ ਚਿਰ ਮਨੁੱਖ ਜੀਵਨ ਦੇ ਵਿੱਚ ਅਮਲੀ ਜਾਮਾ ਨਹੀਂ ਨਾ ਪਾਉਂਦਾ, ਉਨਾ ਚਿਰ ਮਰਿਆਦਾ ਦਾ ਕੋਈ ਲਾਭ ਨਹੀਂ। ਮੈਨੂੰ ਮਾਫ਼ ਕਰਿਓ, ਮੈਨੂੰ ਪਤਾ ਹੈ ਕੱਲ੍ਹ ਵੀ ਕਈਆਂ ਨੂੰ ਮੇਰੀ ਗੱਲ ਦਾ ਥੋੜ੍ਹਾ ਜਿਹਾ ਮਹਿਸੂਸ ਹੋਇਆ ਸੀ। ਇਹ ਮਰੀਆ ਸ਼ਬਦ ਤੋਂ ਬਣਿਆ, ਵਿਕਸਿਤ ਹੋਇਆ ਮਰਿਆਦਾ, ਜਿਹਦਾ ਭਾਵ ਹੈ ਦੋ ਕੰਢੇ, ਨਦੀ ਦੇ ਦੋ ਕੰਢੇ। ਅਤੇ ਮੈਂ ਕੱਲ੍ਹ ਵੀ ਉਦਾਹਰਨ ਦਿੱਤੀ ਸੀ ਕਿ ਨਦੀ ਦੇ ਕੰਢੇ ਜਿਹੜੇ ਬਿਲਕੁਲ ਛਾਂਗ ਕੇ ਐਂ ਸਵਾਰ ਕੇ ਰੱਖੇ ਜਾਣ। ਅੱਜ ਕੱਲ੍ਹ ਤਾਂ ਸਰਕਾਰਾਂ ਪੱਕੇ ਵੀ ਕਰ ਰਹੀਆਂ ਨੇ ਨਾ, ਬਿਲਕੁਲ ਚੰਗੀ ਤਰ੍ਹਾਂ ਸਵਾਰੇ ਜਾਣ ਕੰਢੇ। ਜੇ ਉਹਨਾਂ ਵਿੱਚ ਪਾਣੀ ਨਾ ਚੱਲੇ, ਪਾਣੀ ਨਾ ਛੱਡਿਆ ਜਾਵੇ, ਉਹਨਾਂ ਕੰਢਿਆਂ ਦਾ ਕੋਈ ਮਾਇਨੇ ਨਹੀਂ ਰਹਿ ਜਾਂਦਾ, ਕੋਈ ਲਾਭ ਨਹੀਂ ਰਹਿ ਜਾਂਦਾ। ਜੇ ਜੀਵਨ ਦੇ ਵਿੱਚ ਕੇਵਲ ਅਤੇ ਕੇਵਲ ਅਸੂਲ ਰਹਿ ਗਏ, ਅੰਦਰੋਂ ਰੂਹਾਨੀਅਤ ਉੱਡ ਗਈ, ਅੰਦਰੋਂ ਨਾਮ ਉੱਡ ਗਿਆ, ਸਿਮਰਨ ਉੱਡ ਗਿਆ, ਮੈਨੂੰ ਮਾਫ਼ ਕਰਨਾ, ਫਿਰ ਇਹਨਾਂ ਮਰਿਆਦਾ ਦਾ ਵੀ ਕੋਈ ਬਹੁਤਾ ਲਾਭ ਨਹੀਂ ਰਹਿ ਜਾਂਦਾ। ਅੱਜ ਇਹੋ ਚੀਜ਼ ਵੇਖੀ ਜਾਂਦੀ ਹੈ। ਅਸੀਂ ਕੇਵਲ ਅਤੇ ਕੇਵਲ ਮਰਿਆਦਾ ਦੇ ਮਗਰ ਇੰਨੇ ਕੁ ਭੱਜ ਗਏ। ਮੈਂ ਕੱਲ੍ਹ ਵੀ ਕਿਹਾ ਸੀ, ਜਿਸ ਧਰਮ ਨੇ ਸਾਰਿਆਂ ਨੂੰ ਕਲਾਵੇ ਦੇ ਵਿੱਚ ਲੈਣਾ ਸੀ, ਉਸੇ ਧਰਮ ਨੂੰ ਅਸੀਂ ਮਰਿਆਦਾ ਦੇ ਨਾਂ ਦੇ ਉੱਤੇ ਲੋਕਾਂ ਨੂੰ ਦੂਰ ਕਰਨਾ ਯਤਨ ਕਰ ਦਿੱਤਾ। ਇਹ ਸਾਡੇ ਨਹੀਂ, ਇਹ ਸਾਰਿਆਂ ਧਰਮਾਂ ਦਾ ਇਹੋ ਹਾਲ ਹੈ। ਇਹਦੇ ਵਿੱਚ ਸਤਿਗੁਰਾਂ ਨੇ ਮੁਸਲਮਾਨ ਦਾ, ਹਿੰਦੂ ਦਾ, ਜੋਗੀ ਦਾ, ਦਾਨੀਆਂ ਦਾ, ਸਾਰਿਆਂ ਦਾ ਜ਼ਿਕਰ ਕੀਤਾ ਹੈ। ਅਤੇ ਇਹਦੀ ਵਿਚਾਰ ਆਪਾਂ ਕੱਲ੍ਹ ਇੱਥੋਂ ਸ਼ੁਰੂ ਕੀਤੀ ਸੀ। ਨਾਨਕ ਭਗਤਾਂ ਭੁੱਖ ਸਾਲਾਹਨ,
ਕਹਿੰਦੇ ਜਿਹੜੇ ਤੇਰੇ ਬੰਦਗੀ ਕਰਨ ਵਾਲੇ ਨੇ, ਭਗਤ ਜਨ ਨੇ, ਉਹਨਾਂ ਦੇ ਅੰਦਰ ਇੱਕ ਭੁੱਖ ਹੈ, ਉਹ ਤੇਰੀ ਸਿਫਤੋ ਸਲੌਤਾ ਦੀ ਹੈ, ਸੱਚ ਨਾਮ ਆਧਾਰ, ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ। ਹੁਣ ਇਹ ਤੇ ਗੱਲ ਹੋ ਗਈ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦੇ ਭਗਤ ਨੇ। ਦੂਸਰੇ ਆਰੰਭ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਹੜੇ ਮਨੁੱਖ ਕੇਵਲ ਤੇ ਕੇਵਲ ਧਰਮ ਦੇ ਆਗੂ ਬਣ ਕੇ ਕੇਵਲ ਤੇ ਕੇਵਲ ਬਾਹਰੀ ਮਰਿਆਦਾ ਨੂੰ ਹੀ ਪ੍ਰਮੋਟ ਕਰਦੇ ਰਹੇ, ਮਰਿਆਦਾ ਨੂੰ ਪਹਿਲ ਦਿੰਦੇ ਰਹੇ, ਸਤਿਗੁਰੂ ਕਹਿਣ ਲੱਗੇ ਉਹ ਕਈ ਕੋਹਾਂ ਅਸਲੀਅਤ ਤੋਂ ਦੂਰ ਹੋ ਗਏ। ਆਰੰਭ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿ ਲਗੇ ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰਈਅਤ ਪੜ ਪੜ ਕਰਹਿ ਵਿਚਾਰ। ਕਹਿੰਦੇ ਸ਼ਰ੍ਹਾ, ਇਹਦੇ ਮੈਂ ਕੱਲ੍ਹ ਵੀ ਅਰਥ ਕੀਤੇ ਸਨ, ਇਹਦੇ ਵਿੱਚ ਰੋਜ਼ੇ ਆ ਜਾਂਦੇ ਨੇ, ਕਲਮਾਂ ਆ ਜਾਂਦੀਆਂ ਨੇ, ਨਮਾਜ਼ ਆ ਜਾਂਦੀ ਹੈ, ਹਿਆਤ ਆ ਜਾਂਦਾ ਹੈ। ਇਹ ਸਤਿਗੁਰੂ ਕਹਿਣ ਲੱਗੇ ਇਹ ਜਿੰਨੇ ਵੀ ਕਰਮ ਨੇ, ਇਹ ਮੁਸਲਮਾਨਾਂ ਦੀ ਜਿਹੜੀ ਸ਼ਰ੍ਹਾ ਹੈ, ਉਹਦਾ ਕਾਇਦਾ ਕਾਨੂੰਨ ਇਹ ਗੱਲ ਕਹਿੰਦਾ ਕਿ ਇਹ ਇੱਕ ਮੁਸਲਮਾਨ ਵਾਸਤੇ ਜ਼ਰੂਰੀ ਨੇ। ਬੜੀ ਚੰਗੀ ਗੱਲ ਹੈ, ਆਪਣੇ ਧਰਮ ਦੇ ਕਾਇਦੇ ਕਾਨੂੰਨ ਨੂੰ ਫੋਲੋ ਕਰਨਾ, ਉਹਨੂੰ ਮੰਨਣਾ ਬੜੀ ਚੰਗੀ ਗੱਲ ਹੈ। ਪਰ ਅੱਗੇ ਮੁਸਲਮਾਨ ਇੱਕ ਗੱਲ ਕਹਿੰਦੇ ਨੇ, ਕਹਿੰਦੇ ਬੰਦੇ ਸੇ ਜੇ ਪਵੈ ਵਿੱਚ ਬੰਦੀ। ਇੱਥੇ ਬੰਦੀ ਦਾ ਅਰਥ ਹੈ ਬੰਦਿਸ਼, ਭਾਵ ਮਰਿਆਦਾ ਦੇ ਵਿੱਚ। ਹੁਣ ਮੁਸਲਮਾਨ ਇਹ ਗੱਲ ਕਹਿੰਦੇ ਨੇ ਕਿ ਬੰਦੇ ਉਹ ਨੇ ਜਿਹੜੇ ਬੰਦਿਸ਼ ਦੇ ਵਿੱਚ, ਮਰਿਆਦਾ ਦੇ ਵਿੱਚ ਆਪਣੇ ਆਪ ਨੂੰ ਤੋਰਦੇ ਨੇ। ਵੇਖਣ ਕਹੋ ਦੀਦਾਰ, ਜਿਹੜੇ ਰੱਬ ਦੇ ਦੀਦਾਰ ਕਰਨ ਵਾਸਤੇ ਕੇਵਲ ਤੇ ਕੇਵਲ ਬੰਦਿਸ਼ ਦੇ ਵਿੱਚ, ਸ਼ਰ੍ਹਾ ਦੇ ਵਿੱਚ ਰਹਿੰਦੇ ਨੇ, ਉਹ ਅੱਲਾਹ ਤਾਲਾ ਦੇ ਦਰ ਤੇ ਕਬੂਲ ਨੇ। ਬਾਕੀ ਜਿਹੜਾ ਉਹਨਾਂ ਨੂੰ ਅਸੀਂ ਮਨੁੱਖ ਨਹੀਂ ਕਹਿੰਦੇ। ਤੇ ਮੈਂ ਕੱਲ੍ਹ ਇਹਦੀ ਸਮਾਪਤੀ ਇੱਥੇ ਕੀਤੀ ਸੀ। ਗੁਰਮੁਖੋ ਦੇਖੋ, ਜਦੋਂ ਅਸੀਂ ਕਾਇਨਾਤ ਦੀ ਗੱਲ ਕਰਾਂਗੇ ਨਾ, ਉਹਦੇ ਵਿੱਚ ਚੰਗੇ ਵੀ ਆਉਣੇ ਨੇ, ਉਹਦੇ ਵਿੱਚ ਮੰਦੇ ਵੀ ਆਉਣੇ ਨੇ। ਜ਼ਿੰਦਗੀ ਦੇ ਵਿੱਚ ਸਾਡੇ ਕੋਲ ਕੋਈ ਇਹੋ ਜਿਹਾ ਪੈਮਾਨਾ ਨਹੀਂ ਕਿ ਅਸੀਂ ਕਹਿ ਦਈਏ ਕਿ ਆਹ ਮਨੁੱਖ ਬੰਦਗੀ ਕਰਦਾ ਹੈ, ਆਹ ਰੂਲ ਨੂੰ ਜਿਹੜਾ ਮੰਨਦਾ ਹੈ, ਤੇ ਇਹ ਜਿਹੜਾ ਪਰਮਾਤਮਾ ਤੱਕ ਪਹੁੰਚ ਜਾਵੇਗਾ, ਦੂਸਰਾ ਰਹਿ ਜਾਵੇਗਾ। ਜਿਹੜੇ ਲੋਕ ਉਸ ਵੇਲੇ ਦੇ ਧਰਮ ਦੇ ਠੇਕੇਦਾਰ ਬਣੇ ਸਨ, ਜਿਹੜੇ ਵਿਦਵਾਨ ਸਨ, ਜਿਹੜੇ ਕਹਿੰਦੇ ਸਨ ਅਸਾਂ ਨੇ ਰੱਬ ਨੂੰ ਮੁੱਲ ਲਿਆ ਹੋਇਆ ਹੈ, ਯਾਦ ਰੱਖਿਓ ਉਹ ਲੋਕ ਹੱਥ ਮਲਦੇ ਰਹਿ ਜਾਂਦੇ ਸਨ, ਤੇ ਸਧਾਰਨ ਮਨੁੱਖ ਜਿਹੜਾ ਸੀ ਉਹ ਰੱਬ ਦੀ ਪ੍ਰਾਪਤੀ ਕਰਕੇ ਗਾਂਹ ਚਲਿਆ ਜਾਂਦਾ ਹੈ। ਅੱਜ ਕਿਤੇ ਨਾ ਕਿਤੇ ਇਹ ਚੀਜ਼ਾਂ ਫਿਰ ਸਾਡੇ 'ਤੇ ਲਾਗੂ ਹੋ ਰਹੀਆਂ ਨੇ। ਅਸੀਂ ਗੁਰਦੁਆਰਿਆਂ ਦੇ ਵਿੱਚ ਕਿ ਨਿਰੀ ਮਰਿਆਦਾ ਤੇ ਮਰਿਆਦਾ ਰਹਿ ਦਿੱਤੀ ਗਈ। ਸਾਡੇ ਗੁਰਦੁਆਰਿਆਂ ਦੇ ਵਿੱਚ ਵੰਡੀਆਂ ਪਾ ਦਿੱਤੀਆਂ ਗਈਆਂ ਇਸੇ ਨਾਂ ਦੇ ਉੱਤੇ। ਕੋਈ ਕਿਹਾ ਜਾਂਦਾ ਇਹ ਟਕਸਾਲੀਆਂ ਦਾ ਗੁਰਦੁਆਰਾ ਹੈ, ਕੋਈ ਕਿਹਾ ਜਾਂਦਾ ਇਹ ਜਾਤਾਂ ਦੇ ਨਾਂ 'ਤੇ ਜੱਟਾਂ ਦਾ ਹੈ, ਕੋਈ ਕਿਹਾ ਜਾਂਦਾ ਮਜ਼੍ਹਬੀਆਂ ਦਾ, ਕੋਈ ਕਿਹਾ ਜਾਂਦਾ ਰਾਮਗੜੀਆਂ ਦਾ। ਮੈਂ ਕੱਲ੍ਹ ਵੀ ਕਿਹਾ ਸੀ ਇਹਨਾਂ ਚੀਜ਼ਾਂ ਨੇ ਜੇ ਸਾਡੇ 'ਚ ਵੰਡ ਹੀ ਪਾਉਣੀ ਹੈ, ਮੈਨੂੰ ਮਾफ़ ਕਰਨਾ, ਫਿਰ ਇਹ ਤੋਂ ਤੇ ਅਸੀਂ ਘਰੋਂ ਬਾਹਰ, ਗੁਰਦੁਆਰੇ ਤੋਂ ਬਾਹਰ ਹੀ ਚੰਗੇ ਸਾਂ, ਘੱਟੋ ਘੱਟ ਆਪਸ 'ਚ ਮੇਲ ਮਿਲਾਪ ਤੇ ਰੱਖਦੇ। ਇਹ ਇਸ ਧਰਮ ਨੇ, ਇਹ ਇਹਨਾਂ ਚੀਜ਼ਾਂ ਨੇ ਸਾਨੂੰ ਇੰਨਾ ਕੁ ਦੂਰ ਕਰ ਦਿੱਤਾ, ਅਸੀਂ ਆਪਸੀ ਭਾਈਚਾਰੇ ਤੋਂ ਦੂਰ ਹੋ ਗਏ। ਅੱਜ ਸਾਡੇ ਵੀ ਇਹੋ ਜਿਹੇ ਕੁਝ ਫਿਰਕੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਭਲਿਆ ਜਿਹੜਾ ਸਾਡੀ ਮਰਿਆਦਾ ਦੇ ਵਿੱਚ ਚੱਲਦਾ ਹੈ, ਸਾਡੇ ਮੁਤਾਬਕ ਚੱਲਦਾ ਹੈ, ਉਹ ਬੰਦਾ ਸਿੱਖ ਹੈ ਤੇ ਦੂਸਰਾ ਸਿੱਖ ਨਹੀਂ। ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਮ੍ਰਿਤ ਬਚਨ ਸਾਂਝਾ ਕਰ ਦੇਵਾਂ। ਸਤਿਗੁਰੂ ਕਹਿੰਦੇ ਸਿੱਖ ਉਹ ਹੈ ਜਿਹੜਾ ਗੁਰੂ ਦੀ ਮੱਤ ਦੇ ਨਾਲ ਚੱਲਦਾ ਹੈ, ਸਾਡੀ ਮੱਤ ਨਾਲ ਨਹੀਂ। ਸਾਡੀ ਮੱਤ ਕੀ ਆਖੇਗੀ? ਕੋਈ ਰੂਲ ਕੋਈ ਦੱਸਦਾ ਹੈ, ਕੋਈ ਰੂਲ ਕੁਛ ਦੱਸਦਾ ਹੈ। ਗੁਰੂ ਸਾਹਿਬ ਕਹਿੰਦੇ ਜੇ ਤੂੰ ਸਿੱਖ ਹੈ ਤੇ ਧਿਆਨ ਨਾਲ ਸੁਣ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਕਹਿੰਦੇ ਜੇ ਤੂੰ ਗੁਰੂ ਦਾ ਸਿੱਖ ਅਖਵਾਉਣਾ ਹੈ ਨਾ, ਤੂੰ ਕਹਿੰਦਾ ਮੈਂ ਸਿੱਖ ਹਾਂ, ਤੇ ਤੇਰੀ ਆਹ ਪਰਿਭਾਸ਼ਾ ਜ਼ਿੰਦਗੀ ਦੇ ਵਿੱਚ ਹੋਣੀ ਲਾਜ਼ਮੀ ਹੈ। ਭਾਵੇਂ ਤੂੰ ਟਕਸਾਲੀ ਹੈ, ਭਾਵੇਂ ਮਿਸ਼ਨਰੀ ਹੈ, ਭਾਵੇਂ ਤੂੰ ਅਖੰਡ ਕੀਰਤਨੀ ਹੈ, ਭਾਵੇਂ ਵਿਵੇਕੀ ਹੈ, ਤੇਰੇ ਵਾਸਤੇ ਗੁਰੂ ਦੀ ਮਰਿਆਦਾ ਇੱਕੋ ਹੀ ਹੋਣੀ ਚਾਹੀਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਕਿਹੜੀ ਮਰਿਆਦਾ? ਸਤਿਗੁਰੂ ਕਹਿਣ ਲੱਗੇ ਭਲਕੇ ਉੱਠ ਹਰ ਨਾਮ ਤੇ ਆਵੇ। ਸਿੱਖ ਕਿਸੇ ਵੀ ਸੰਪਰਦਾ ਦੇ ਨਾਲ ਸੰਪਰਕ ਰੱਖਦਾ ਹੋਇਆ ਮੁਬਾਰਕ ਹੈ ਸੰਪਰਦਾ। ਦੇਖੋ ਇਹਨਾਂ ਸੰਪਰਦਾਵਾਂ ਨੇ ਸਾਨੂੰ ਗਿਆਨ ਦਿੱਤਾ, ਇਹਨਾਂ ਸੰਪਰਦਾਵਾਂ ਨੇ ਸਾਨੂੰ ਜੀਵਨ ਦੇ ਵਿੱਚ ਸਿਹਤ ਦਿੱਤੀ। ਪਰ ਜੇ ਅਸੀਂ ਇਹਨਾਂ ਤੋਂ ਸਿਹਤ ਲੈ ਕੇ ਸੰਪਰਦਾਵਾਂ ਦੇ ਵਿੱਚ ਫਸ ਕੇ ਰਹਿ ਗਏ, ਰੱਬ ਤੱਕ ਨਾ ਪਹੁੰਚੇ, ਤਾਂ ਇਹਦਾ ਕੋਈ ਲਾਭ ਨਹੀਂ ਰਹਿ ਜਾਵੇਗਾ। ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਯੂਨੀਵਰਸਿਟੀ ਕਾਲਜ ਦੇ ਵਿੱਚ ਜਾਂਦਾ ਹੈ, ਉਹ ਸਾਰੀ ਉਮਰ ਬਤੀਤ ਕਰ ਨਹੀਂ ਜਾਂਦਾ, ਉਹ ਉੱਥੇ ਕੁਝ ਮਹੀਨਿਆਂ ਕੁਝ ਸਾਲਾਂ ਵਾਸਤੇ ਜਾਂਦਾ ਹੈ। ਉੱਥੋਂ ਡਿਗਰੀ ਹਾਸਲ ਕਰਕੇ, ਉੱਥੋਂ ਗਿਆਨ ਹਾਸਲ ਕਰਕੇ ਤੇ ਸਮੁੱਚੀ ਮਾਨਵਤਾ ਦਾ ਜਿਹੜਾ ਭਲਾ ਕਰਦਾ ਹੈ। ਇੱਕ ਡਾਕਟਰ ਜਿਹੜਾ MBBS ਕਰਦਾ ਹੈ 4-5 ਸਾਲ ਲਾਉਂਦਾ ਹੈ, ਇੱਕ ਇੰਜੀਨੀਅਰ ਦੀ ਡਿਗਰੀ ਕਰਦਾ ਹੈ, ਇੱਕ ਵਕੀਲ ਬਣਦਾ, ਇੱਕ ਜੱਜ ਬਣਦਾ ਹੈ। ਉਹ ਯੂਨੀਵਰਸਿਟੀ ਦਾ ਜੱਜ ਨਹੀਂ, ਉਹ ਯੂਨੀਵਰਸਿਟੀ ਦਾ ਵਕੀਲ ਜਾਂ ਇੰਜੀਨੀਅਰ ਨਹੀਂ, ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੈ। ਪਰ ਉਹ ਜੇ ਜੱਜ ਬਣੇਗਾ, ਵਕੀਲ ਬਣੇਗਾ, ਜੇ ਇੰਜੀਨੀਅਰ ਡਾਕਟਰ ਬਣੇਗਾ, ਸਮੁੱਚੀ ਮਾਨਵਤਾ ਦੇ ਵਾਸਤੇ ਬਣਦਾ ਹੈ। ਉਹ ਸਾਰਿਆਂ ਦੇ ਲਈ ਬਰਾਬਰ ਹੈ। ਸਤਿਗੁਰਾਂ ਦੇ ਬਚਨ ਕਹਿਣ ਲੱਗੇ ਤੂੰ ਜਿਸ ਮਰਜ਼ੀ ਸੰਪਰਦਾ ਨਾਲ ਜੁੜਿਆ, ਮੁਬਾਰਕ ਹੈ ਤੇਰੀ ਸੰਪਰਦਾ,
पर तेरे वास्ते सिख वास्ते रूल ये है कि गुर सतगुर का जो सिख अखाए, कोई भी संप्रदाय भलिया उठ के तेनों नाम जपना पैना। सो भल के उठ हर नाम ते आवे, उद्यम करे भल के प्रभाती, इशनान करे अमृत सर नहावे, फिर चढ़े दिवस गुरबाणी गावे, बहिंदियां उठदियां हर नाम ते आवे, जो सास ग्रास ध्याए मेरा हर हर सो गुर सिख गुरु मन भावे। तू गुरु गुरु जप, संप्रदा तेरी कोई भी हो सकती। मैं पहला कहा सी आ लिबास नूं गुरु कर पहल नहीं, पहल तेरे अंदर नूं है। तू नाम किन्ना क जपदा है वो पल्ला तेरा भारी है। जे तू परमात्मा की दरगाह ते प्रवान हो गया तो तेरे नाम ने प्रवान कराउणा है, कीती होई बंदगी ने। जे तू प्रवान ना होया तो याद रखी इन्हां मर्यादा का इन्हां चीज़ों का कोई लाभ नहीं। हुण इत्थे मुसलमान की कहिंदे ने, कहिंदे जी बंदे से जे पवे विच बंदी, कहिंदे बंदे उहो ही ने, उन्हां नूं ही असीं मुसलमान उन्हां नूं ही रब दे प्यारे मनदे आ जिहड़ा बंदिश दे विच पैंदे ने। वेखण कौ दीदार, भलिया जे इहो बंदे ने तो जिहड़ी बाकी समाज बाकी मानवता वो किधर जाएगी। देखो असी इन्नी संकीरतना ना वरतीए। मेरे सतगुरां दा जदों असी अमृत बचन पढ़ते हैं, सलोक पढ़िया जाता है जपजी साहिब का समाप्ति के उत्ते, सारे हर एक सिख ते गैर सिख के तकरीबन रसना पे वो सलोक है, पवन गुरु पानी पिता। मैं समाप्ति ते उहदी ते आवां, कह लगे जिन्नी नाम ध्याया गए मशक्कत घाल, नानक ते मुख उजले केती छुट्टी नाल। इत्थे दसो सिख की कित्थे गल कीती है? इत्थे ये क्या जिन्ने नाम ध्याया, इहदा भाव है जे तू अल्लाह नूं मनदा है, जे मुसलमान है तू अल्लाह अल्लाह जप, अपने कायदे कानून दे विच मर्यादा च परपक्क रह, ते तेरा जीवन जिहड़ा उस अल्लाह ताला दे दर ते प्रवान हो जाएगा। जिन्नी नाम ध्याया, जे तू हिंदू है तू राम राम जप, तू अपनी मर्यादा दे विच परपक्क रह। जे तू सिख है तो गुरु गुरु जप ते अपनी मर्यादा च विच परपक्क रह। जिन्नी नाम दे असी अर्थ वाहिगुरू नहीं करांगे, जे वाहिगुरू कर देते वो केवल तो केवल सिखां वास्ते है। जो मेरा मन कहता जिन्नी नाम दे आप अर्थ ये करांगे कि भलिया कोई बोले राम राम, कोई भी जपदा है, कोई राम नूं जपण वाला है, कोई खुदा नूं, कोई बोले राम राम, कोई खुदाए, कोई सेवै गुसाइयां, कोई अल्लाह है। केवल तो केवल गल इत्थे मुकदी है, कहो नानक जिन हुक्म पछाता, जिन्हें जपदे उन्होंने सांझ पा ली, जिन्हें उस परमात्मा नूं पछाण लिया। कहो नानक जिन हुक्म पछाता प्रभ साहिब का, तिन भेद दाता जिन्नी नाम ध्याया गए मशक्कत। आ मशक्कत का अर्थ है मर्यादा नूं पालदियां। हुण मैं कल कहा सी कि मर्यादा जरूरी है, पर मर्यादा तो जरूरी जिहड़ा वो अमृत वेला सामभना है। मर्यादा तो जिहड़ा प्रथम है ना वो बाणी दे नाल नाम दे नाल है। असी इशनान नूं पहल दिंदे आ, मुबारक है इशनान करना है सिख ने, मैं बड़ी वारी कहा, पर इशनान दूजे नंबर ते सब तो पहला सिख दे लई जिहड़ा वो नितनेम है। इशनान करके रह गए, नितनेम ना कीता ते बाणी आखेगी जल के मज्जन जे गत होवै, नित नित मेंढुक नहावै, जैसे मेंढुक तैसे ओए नर फिर जोनी आवे। जे तू इशनान करके सिमरन करदा है तो गुरु ग्रंथ साहिब की बाणी बोलेगी, कह लगे कर इशनान सिमर प्रभ अपना मन तन भये अरोगा। मर्यादा जरूरी है, मर्यादा तो जरूरी सिमरन है जिन्हें तेन परमात्मा तक पहुँचाना है। सतगुरु इत्थे कहन लगे, कहते मैं जो बचन अर्ज कर रहा, जिन्नी नाम ध्याया गए मशक्कत, उन्हें मशक्कत की, मेहनत की। गुरु नानक के घर दे विच ये गल कही गई कि अमृत वेला सच नाउ वडियाई विचार, उन्हें अमृत वेले नूं सांभिया, उन्हें नाम जपिया, प्रथम नाम नूं पहल दी। कह लगे नानक ते मुख उजले केती छुट्टी नाल, वो परमात्मा के दर ते प्रवान हो गया। इत्थे सतगुरु कह लगे भलिया ये कोई संकीर्णता वाले शब्द नहीं तेनों वरतने चाहिए, ये कोई सियाणप नहीं ना। तू हुण ये गल कहना कि जिहड़ा शरह के मुताबक चलदा वो ही बंदा है, तो जे किसी को किसी वेले शरीर की ढिल मत करके शरह ना मनी जाए, आप इउं अर्थ कर लीए एक मनुख एक सिख है, बीमार है, मंजे ते पिया है, नहीं उठिया जाता, इशनान नहीं किया जा सकता। कोई उपरेट होया है, पट्टी हुई है, जो बंदे दे पट्टी पुट्टी होंदी है 10-15 दिन तो डॉक्टर उदा पट्टी नहीं खोलते, गिला नहीं जख्म करते। कोई तन ते मुसीबत आ गई है, तू इशनान ना करेंगा, आखेगा मैं नितनेम ना करा, नहीं। सतगुरु कहते कोई गल नहीं, शाम 2-4 दिन हट के कर ली, तन अजे रिष्ट पुष्ट नहीं है, सिमरन कर, बंदगी कर। याद रखियो सिख लम्मे पै के भी नितनेम कर सकता है, इस कोई बंदिश नहीं, क्योंकि इत्थे प्रथम जिहड़ा वो नाम नूं दिता गया। सतगुरु कह लगे ये तुहाडी कोई गल फब्बदी नहीं, ये उन्हां दा विचार है, मुसलमानां दा, हिंदुआं दा, इहनूं गुरमत नहीं मानदी।
ਇਹ ਸਤਿਗੁਰੂ ਉਹਨਾਂ ਦਾ ਮਤ ਦੱਸ ਰਹੇ ਨੇ ਕਿ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕਰੇ ਵਿਚਾਰ। ਇਹ ਆਪਣੇ ਕਾਇਦੇ ਕਾਨੂੰਨ ਨੂੰ ਪੜ੍ਹ ਕੇ ਇਹ ਵਿਚਾਰ ਕਰਦੇ ਨੇ ਕਿ ਬੰਦੇ ਉਹ ਨੇ ਜੇ ਪਵੇ ਵਿੱਚ ਬੰਦੀ ਜਿਹੜੇ ਬੰਦਿਸ਼ ਦੇ ਵਿੱਚ ਪੈਂਦੇ ਨੇ, ਵੇਖਣ ਕਹੋ ਦੀਦਾਰ ਜਿਹੜੇ ਰੱਬ ਦੇ ਦੀਦਾਰ ਕਰਨ ਵਾਸਤੇ ਪੈਂਦੇ ਨੇ। ਸਤਿਗੁਰਾਂ ਨੇ ਅੱਗੇ ਇਹ ਮੁਸਲਮਾਨਾਂ ਦੀ ਗੱਲ ਕੀਤੀ, ਅੱਗੇ ਹਿੰਦੂ ਦੀ ਗੱਲ ਕਰਦੇ ਨੇ। ਕਹਿਣਗੇ ਹਿੰਦੂ ਸਾਲਾਹਨ ਦਰਸ਼ਨ ਰੂਪ ਅਪਾਰ। ਇੱਥੇ ਦਰਸ਼ਨ ਦਾ ਅਰਥ ਦੀਦਾਰ ਨਹੀਂ ਕਰਨਾ, ਦਰਸ਼ਨ ਦਾ ਅਰਥ ਛੇ ਸ਼ਾਸਤਰ। ਹਿੰਦੂ ਮਤ ਦੇ ਜਿਹੜੇ ਗ੍ਰੰਥ ਨੇ ਇਹਨਾਂ ਦੇ ਵਿੱਚ ਛੇ ਸ਼ਾਸਤਰ ਹੁੰਦੇ ਨੇ। ਸਤਿਗੁਰੂ ਕਹਿਣਗੇ ਸਾਲਾਹੀ ਦਾ ਅਰਥ ਸਲਾਹੁਣ ਯੋਗ। ਸਾਲਾਹਨ ਉਸ ਸਲਾਹੁਣ ਯੋਗ ਪਰਮਾਤਮਾ ਨੂੰ ਜਿਹੜੇ ਨੇ ਹਿੰਦੂ ਵੀਰ ਸਲਾਹੁੰਦੇ ਨੇ, ਕਿਹਦੇ ਰਾਹੀਂ? ਦਰਸ਼ਨਾਂ ਦੇ ਰਾਹੀਂ, ਛੇ ਦਰਸ਼ਨਾਂ ਦੇ ਰਾਹੀਂ, ਜਿਹਨੂੰ ਅਸੀਂ ਰਸੋਲਾ ਸਾਹਿਬ 'ਚ ਪੜ੍ਹਦੇ ਨਾ, ਛੇ ਘਰ ਛੇ ਗੁਰ ਛੇ ਉਪਦੇਸ਼, ਉਹਦਾ ਅਰਥ ਛੇ ਸ਼ਾਸਤਰ ਜਿਹੜੇ ਨੇ। ਸਤਿਗੁਰੂ ਕਹਿਣਗੇ ਦਰਸ਼ਨ ਛੇ ਸ਼ਾਸਤਰ। ਰੂਪ ਦਾ ਅਰਥ ਸੁੰਦਰ, ਉਹ ਪਰਮਾਤਮਾ। ਅਪਾਰ ਦਾ ਅਰਥ ਹੈ ਬੇਅੰਤ, ਜਿਹਦਾ ਪਾਰਾਵਾਰ ਨਹੀਂ। ਕਹਿਣਗੇ ਹਿੰਦੂ ਵੀਰ ਕੀ ਕਰਦਾ ਹੈ? ਉਹ ਛੇ ਸ਼ਾਸਤਰਾਂ ਦੇ ਰਾਹੀਂ ਉਸ ਪਰਮਾਤਮਾ ਦੀ ਸਿਫਤੋ ਸਲਾਹੁਤਾ ਕਰਦਾ। ਬੜੀ ਚੰਗੀ ਗੱਲ ਹੈ। ਉਹਦੇ ਕਥਾ ਕਹਾਣੀਆਂ ਕੀਤੀਆਂ ਜਾਂਦੀਆਂ ਨੇ, ਰਾਮ ਜਪਿਆ ਜਾਂਦਾ, ਬੜੀ ਚੰਗੀ ਗੱਲ ਹੈ। ਪਰ ਨਾਮ ਜਪ ਕੇ ਜਿਸ ਅਪਾਰ ਪਰਮਾਤਮਾ ਦੀ ਇਹਨੇ ਬੰਦਗੀ ਕੀਤੀ, ਨਾਮ ਜਪਿਆ, ਉਸੇ ਪਰਮਾਤਮਾ ਨੂੰ ਪੱਥਰ ਬਣਾ ਕੇ ਪੂਜਣ ਲੱਗ ਪਿਆ। ਕਹਿਣ ਲੱਗੇ ਕੀ ਕਰਦਾ? ਤੀਰਥ ਨਹਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ। ਹੁਣ ਮਸਲਾ ਤਾਂ ਇਹ ਸੀ ਕਿ ਜਿਹੜਾ ਪਰਮਾਤਮਾ ਹੈ ਉਹਨੂੰ ਤੂੰ ਪਹਿਲਾਂ ਵਿਸ਼ਾਲਤਾ ਦੇ ਵਿੱਚ ਪੂਜ ਲਿਆ। ਜਦੋਂ ਰਾਮ ਦੇ ਅਰਥ ਕੀਤੇ, ਰਮਿਆ ਹੋਇਆ ਕਰ ਦਿੱਤੇ। ਰਮਿਆ ਹੋਇਆ ਸੀ ਜਿਹੜਾ ਕੰਨ ਦੇ ਵਿੱਚ। ਤੇ ਜਦੋਂ ਧੂਫ ਵੱਟੀ ਦੇਣ ਲੱਗਾ ਤੇ ਇੱਕ ਜਿਹੜੀ ਸੀ ਪੱਥਰ ਦੀ ਮੂਰਤੀ ਦੇ ਅੱਗੇ ਧੂਫ ਦੇ ਦਿੱਤੀ। ਤੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿੰਦੀ ਹੈ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੂਨੀ। ਕਹਿੰਦੇ ਉਹ ਮੂੰਹ ਸੜ ਜਾਣਾ ਚਾਹੀਦਾ ਹੈ ਜਿਹੜੇ ਇਹ ਗੱਲ ਕਹਿੰਦੇ ਕਿ ਰੱਬ ਜੂਨਾਂ ਦੇ ਵਿੱਚ ਆਉਂਦਾ ਹੈ। ਪਰਮਾਤਮਾ ਨੂੰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਬੰਨ੍ਹ ਸਕਦੇ। ਸਤਿਗੁਰੂ ਇੱਥੇ ਕਹਿਣ ਲੱਗੇ ਭਲਿਆ ਤੂੰ ਇੱਕ ਪਾਸੇ ਛੇ ਦਰਸ਼ਨਾਂ ਦੇ ਰਾਹੀਂ ਅਪਾਰ ਪਰਮਾਤਮਾ ਦੀ ਸਿਫਤੋ ਸਲਾਹੁਤਾ ਕਰਦਾ ਹੈ। ਇੱਥੋਂ ਤੱਕ ਤੇ ਗੱਲ ਠੀਕ ਸੀ, ਪਰ ਅੱਗੇ ਕੀ ਕਰਦਾ? ਤੀਰਥ ਨਹਾਵੈ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੈ। ਅਰਚਾ ਪੂਜਾ, ਪਾਠ ਪੂਜਾ ਕਰਦਾ ਹੈ। ਇੱਜ਼ਤ ਮਾਨ ਦੇ ਨਾਲ, ਬੜੇ ਪਿਆਰ ਦੇ ਨਾਲ ਕਰਦਾ। ਅਗਰ ਵਾਸ, ਅਗਰ ਕਹਿੰਦੇ ਨੇ ਚੰਦਨ, ਵਾਸ ਦਾ ਅਰਥ ਸੁਗੰਧੀ, ਚੰਦਨ ਦਾ ਲੇਪਨ ਕੀਤਾ ਜਾਂਦਾ। ਬਹਿਕਾਰ ਦਾ ਅਰਥ ਪਰਫਿਊਮ, ਸੈਂਟ, ਸੁਗੰਧੀਆਂ, ਕਈ ਤਰ੍ਹਾਂ ਦੇ ਅਤਰ ਫਲੇਲ ਛਿੜਕਦਾ ਹੈ, ਕਈ ਤਰ੍ਹਾਂ ਦੀਆਂ ਸੁਗੰਧੀਆਂ ਛਿੜਕੀਆਂ ਜਾਂਦੀਆਂ ਨੇ। ਤੀਰਥਾਂ 'ਤੇ ਇਸ਼ਨਾਨ ਕਰਕੇ ਪੂਜਾ ਕੀਤੀ ਜਾਂਦੀ ਹੈ। ਜਿਹੜਾ ਸਿਧਾਂਤ ਪਰਮਾਤਮਾ ਦਾ ਨਾਮ ਜਪਣਾ ਸੀ ਉਹ ਕਿਤੇ ਦੂਰ ਰਹਿ ਜਾਂਦਾ ਹੈ। ਥਾਲੀਆਂ ਫੜ ਕੇ ਪੂਜਾ ਨੂੰ ਇਹ ਪ੍ਰਥਮ ਜਿਹੜੀ ਪਹਿਲ ਦੇ ਦਿੱਤੀ ਜਾਂਦੀ ਹੈ। ਪਹਿਲ ਤਾਂ ਇਸ ਚੀਜ਼ ਨੂੰ ਨਹੀਂ ਸੀ ਨਾ, ਤੂੰ ਬਹਿ ਕੇ ਹਿੰਦੂ ਹੈ ਤੇ ਪਰਮਾਤਮਾ ਦਾ ਨਾਮ ਜਪੇ। ਗੁਰੂ ਗ੍ਰੰਥ ਸਾਹਿਬ ਨੇ ਹਿੰਦੂ ਦੀ ਜਾਂ ਇੱਕ ਪੰਡਤ ਦੀ ਪਰਿਭਾਸ਼ਾ ਦਿੱਤੀ ਹੈ। ਗੁਰੂ ਅਰਜਨ ਸਾਹਿਬ ਨੂੰ ਪੁੱਛੀਏ, ਕਹਿਣ ਲੱਗੇ ਪੰਡਤ ਕੌਣ ਹੈ? ਕਹਿਣ ਲੱਗੇ ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਵਿਦਵਾਨ ਤੇ ਉਹ ਸੀ ਨਾ ਜਿਹੜਾ ਆਪਣੇ ਮਨ ਨੂੰ ਫੋਲਦਾ, ਇਹਨੂੰ ਵੇਂਦਾ ਇਹਦੇ ਵਿੱਚ ਕੀ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਆਤਮ ਹੈ ਪਾਰ ਬ੍ਰਹਮ ਕੋ ਸੋਧੇ। ਕਹਿਣ ਲੱਗੇ ਤੂੰ ਆਪਣੀ ਆਤਮਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਸਾਂਝ ਪਾ। ਸੂਖਮ ਮੈਂ ਜਾਣੇ ਅਸਥੂਲ, ਤੂੰ ਉਸ ਨੂੰ ਸੂਖਮ ਦੇ ਵਿੱਚ ਰਹਿੰਦੇ ਹੋਏ ਅਸਥੂਲ ਦੇ ਵਿੱਚ ਜਾ ਵੇਖਣ ਦਾ ਯਤਨ ਕਰ। ਪਰ ਇੱਥੇ ਸਤਿਗੁਰੂ ਕਹਿਣ ਲੱਗੇ ਮਨੁੱਖ ਕੀ ਕਰਦਾ? ਤੀਰਥਾਂ ਦੇ ਚੱਕਰਾਂ 'ਚ ਪੈ ਗਿਆ। ਹੁਣ ਜਿਹੜੇ ਤੀਰਥਾਂ 'ਤੇ ਲੋਕ ਜਾਂਦੇ ਨੇ, ਇੱਥੇ ਇੱਕ ਬੜੀ ਤਗੜੀ ਮੁਸ਼ਕਲ ਖੜੀ ਹੋ ਗਈ। ਤੀਰਥਾਂ ਦੇ ਉੱਤੇ ਬੈਠੇ ਸਨ ਪੰਡਤ ਲੋਕ। ਤੀਰਥ 'ਤੇ ਗਿਆ, ਇਹਨੇ ਕਿਹਾ ਜੀ ਪੰਡਤ ਜੀ ਮੈਂ ਪਾਪ ਕੀਤੇ ਨੇ, ਗਲਤੀ ਕੀਤੀ ਹੈ। ਤੇ ਉਹਨੇ ਅੱਗੋਂ ਕਹਿ ਦਿੱਤਾ, ਕਹਿੰਦਾ ਤੂੰ ਗੰਗਾ ਇਸ਼ਨਾਨ ਕਰ, ਬਾਹਰ ਆਣ ਕੇ ਪੂਜਾ ਕਰਾਏਂਗਾ, ਜਿਹੜੀ ਹੈ ਪੂਜਾ ਦੀ ਜਿਹੜੀ ਭੇਟਾਂ ਦੇਂਗਾ ਤੇ ਤੇਰੇ ਕੀਤੇ ਹੋਏ ਗੁਨਾਹ ਸਾਰੇ ਮਾफ़ ਕਰ ਦਿੱਤੇ ਜਾਣਗੇ। ਇਹ ਇੱਦਾਂ ਦਾ ਕੰਮ ਹੋ ਗਿਆ ਜਿਵੇਂ ਅਸੀਂ ਲਾਇਸੈਂਸ ਰੀਨਿਊ ਕਰਾਉਂਦੇ ਆ। ਬੰਦਾ ਕਹਿੰਦਾ ਜੀ ਮੇਰੇ ਲਾਇਸੈਂਸ ਦੀ ਵੈਲਿਡਿਟੀ ਮੁੱਕ ਗਈ, ਕਹਿੰਦਾ ਫੀਸ ਜਮ੍ਹਾਂ ਕਰਾ ਦੇ ਹੁਣੇ ਫਿਰ 10 ਸਾਲ ਦੀ ਵੈਲਿਡਿਟੀ ਮਿਲ ਜਾਂਦੀ ਹੈ, ਰੀਨਿਊ ਕਰ ਦਿੱਤਾ ਜਾਂਦਾ ਹੈ। ਮਨੁੱਖ ਦਾ ਵੀ ਇਹੋ ਹਾਲ ਹੈ। ਸਾਡੇ 'ਚ ਵੀ ਤਾਂ ਇੱਦਾਂ ਹੈ ਨਾ, ਮਨੁੱਖ ਮੁਸੀਬਤ ਆਉਂਦੀ ਹੈ ਕੋਈ, ਆਣ ਕੇ ਫਿਰ ਕਹਿੰਦਾ ਬਾਬਾ ਜੀ ਮੁਸੀਬਤ 'ਚ ਫਸ ਗਿਆ, ਸਾਰੀ ਉਮਰ ਪਾਪ ਕਰਦਾ ਰਿਹਾ। ਅੱਗੋਂ ਜਿਹੜੇ ਸੰਤ ਸਾਧੂ ਬਣੇ ਫਿਰਦੇ ਸਨ ਸਾਡੇ ਫਿਰਕਿਆਂ ਵਾਲੇ, ਕਹਿੰਦਾ ਗੁਰਦੁਆਰੇ ਦੇ ਕਰਾ ਦੀ, ਰਾਤ ਸਾਰੀ ਸੁੱਤਾ ਨਹੀਂ, ਰੱਬ ਕਰਦਾ ਗਿਆ। ਅੱਜ ਮੈਂ ਦਾਰੂ ਨਹੀਂ ਪੀਤੀ, ਅੱਜ ਮੀਟ ਨਹੀਂ ਖਾਧਾ, ਗਲਤ ਕੰਮ ਕੋਈ ਨਹੀਂ ਕੀਤਾ। ਸਵੇਰੇ ਦਰਬਾਰ ਸਾਹਿਬ ਅਰਦਾਸ ਜਿਹੜੀ ਸੀ ਦੇਗ ਕਰਾਈ, ਅਰਦਾਸ ਕੀਤੀ, ਅਗਲੇ ਦਿਨ 2 ਬੋਤਲਾਂ ਸਾਹਮਣੇ ਰੱਖ ਲਈਆਂ, ਕਹਿੰਦਾ ਕੱਲ੍ਹ ਦਾ ਕੋਟਾ ਪੂਰਾ ਕਰ ਲਈਏ। ਆਹ ਸਾਡਾ ਹਾਲ ਹੈ। ਤੁਸੀਂ ਇਹ ਮਤ ਮਨ 'ਚ ਭੁਲੇਖਾ ਰੱਖੋ ਕਿ ਅਸੀਂ ਦੇਗ ਕਰਾ ਕੇ ਅਰਦਾਸ ਕਰਕੇ ਰੀਨਿਊ ਹੋ ਜਾਵਾਂਗੇ, ਗੁਰੂ ਆਖੇਗਾ ਵੀ ਤੇਰਾ ਹਿਸਾਬ ਕਿਤਾਬ ਹੋ ਗਿਆ। ਨਹੀਂ, ਇਹ ਬਿਲਕੁਲ ਸਿਧਾਂਤ ਪ੍ਰਵਾਨ ਨਹੀਂ ਹੈ। ਹਾਂ ਇਹ ਗੱਲ ਹੈ ਤੇਰੇ ਪਿਛਲੇ ਗੁਨਾਹ ਬਖਸ਼ੇ ਜਾਣਗੇ, ਪਰ ਇੱਕ ਸ਼ਰਤ ਦੇ ਉੱਤੇ, ਪਹਿਲੇ ਕੀਤੇ ਹੋਏ ਗੁਨਾਹਾਂ ਤੋਂ ਤੋਬਾ ਕਰ ਤੇ ਗਾਂ ਵਾਅਦਾ ਕਰ ਮੈਂ ਇਹੋ ਜਿਹਾ ਗੁਨਾਹ ਗਾਂ ਤੋਂ ਨਹੀਂ ਕਰਾਂਗਾ।
जे तेरे मन च चोर है ना, जिहड़े मैं अज गुनाह कीते ने, सवेरे सुखमनी साहब करा ला, ऐतवार बुधवार सुखमनी साहब कर लवां, तो बाद अगले दिन वीरवार तो फिर वो काम, तो फिर गुरु नहीं जे बख्शदा। ये वलछल लोगों के अगे चलते हैं। भगत कबीर साहब का बड़ा प्यारा बचन है, कह लगे जे तू कहना है ना तीर्थां ते जान दे नाल मेरा पार उतारा हो जाएगा। कह लगे नहावन कहो तीर्थ घने मन बौरा रे, कहते मन चलिया ये गल समझ, जे नहाउणा है ना, जे तन की सफाई करनी है तो बड़े तीर्थ ने हिंदू मत के 68 तीर्थ मन्ने जाते हैं। तो जे तुसी एक एक भी करके चलो तो 68 दिनों के बंदा पहुँच नहीं सकता, ये बड़ी बड़ी दूर ने आपस में। सतगुरु कह लगे जे नहाउणा है ना तो नहाउण वास्ते तन की मैल वास्ते बड़े तीर्थ ने। नहावन कहो तीर्थ घने मन बौरा रे, जे पूजा करनी है पूजन कहो बहु देव, पूजा करने वास्ते देवते बड़े ने। हुण हिंदू मत के 33 करोड़ देवी देवते ने, तो जे बंदा 33 करोड़ रोध का भी एक पूजे तो तां भी 33 करोड़ पूजे नहीं जाने, इन्ने तो सानूं दिन नहीं बंदे नूं मिलदे। सतगुरु कहंदे ये भगत कबीर साहब अमृत बाणी दे विच, जे तू रब नूं खुश करन दे लई इन्हां कामां नूं तुरिया है ना, ये बहुत ने कर्म। नहावन कहो तीर्थ घने, बड़े तीर्थ ने, साडे कोल भी बड़े थां थां दे उत्ते चुभियां मारन, माफ़ करना 5 सरोवर ने, अमृतसर के 5 सरोवर ने ना, उदां गुरु घरां दे विच लागे लागे बाहर बहुत सरोवर ने। मुबारक है सिख सरोवर दे विच इशनान जरूर करे, पर इशनान करके उस गुरु घर दे विच जिहड़ा शब्द चलदा पिया उहनूं अपने कन्नां दे नाल सुन के आवे। ये मन च भुलेखा ना रखियो, क्योंकि साडे कई बारी सिख मगर पै जांदे बाबा सरोवरां दे खिलाफ है। नहीं, मैं खुद हरमंदर साहब रोज़ाना इशनान करदा रहा। इशनान जरूरी है सरोवर का, पर सब तो जरूरी जो उत्थे शब्द चलदा उहदे नाल अंदर दी मैल तो। नहावन कहो तीर्थ घने मन बौरा रे, पूजन कहो बहु देव, अगे कह लगे कहो कबीर छूटन नहीं मन बौरा रे। कहते तीर्थां दे नहाउण दे नाल याद रखी देवतियां नूं पूजन दे नाल तेरा पार उतारा नहीं होना। फिर छुट्टांगा किवें? कह लगे छूटन हर की सेव, सेव का अर्थ है सिमरन। जे तू विकारां तो बचना है, मुक्ति चाहना है, माया के जंजाल तो 84 के गेड़ तो छुटना है, कहते तेनों परमात्मा की सेवा सिमरन करनी पैनी है। ये साडे ते भी लागू हुंदा है, कल्ला हिंदुआं ते नहीं, कल्ला मुसलमान, ये सिखां ते भी लागू है। तू गुरु घर जा, तू हेमकोट जा, तू हजूर साहब जा, तू दरबार साहब जा, जिथे मर्जी जा, मुबारक है, जा दर्शन करके आ, पर याद रखी मुक्ति तेनों नाम जप के ही मिलनी है। सो इत्थे सतगुरु कह लगे मनुख की करदा तीरथ नहावैं, कहंदे तीर्थां दे उत्ते नहाउंदा है। अर्चा पूजा बड़ी प्यार दे नाल पूजा कीती जाती है, थालियां घमाइयां जांदियां ने। असीं भी रमाले बड़े तह ला ला के लियाउने, बाबा जी मैं सुच्चा नवां रमाला लैके आंदा सतगुरां दे वास्ते, मुबारक है, लैके आओ। फुੱਲ लैके आउंदे ने, अगे चढ़ा दिओ, मुबारक है, लैके आओ। पर भरिया तेरे फुੱਲ, तेरा रमाला मुबारक प्रवान है, पर यह भी तो कह कर बाबा जी रमाला चुक के भी थले वेख लेंदो, लिखिया भी की बाणी दे विच, वो तो भलिया आपां वेखना कोई ना होया। सतगुरु कहंदे इदां गल नहीं बनी, इदां छुट्टिया नहीं जाना। जे रमाले चढ़ाउण दे नाल, जे गुरु घर सुगंधियां लाउण दे नाल छुट्टण ते हुंदा, ते असीं तो कई रोज़ रमाले चढ़ाउने आ, संगत रमाले सानूं पढ़ाउंदी है ना, तो हुण तूं असीं कदे ते ब्रह्म ज्ञानी बन गए हुंदे। इदां दा कदी मन च भुलेखा नहीं रखना, छुट्टना नाम दे नाल ही है, तो वो तुहानूं जपना पैना, मैनूं भी जपना पैना। सतगुरु कह लगे तीरथ नहावैं, तीर्थां ते इशनान करदा है। अर्चा पूजा, ये पूजा करदा है, पाठ पूजा मर्यादा दे नाल करदा है। अगर वास बैकार कई तरह दी सुगंधियां छिड़कदा है, तो साडे आपां भी सेंट रखिया हुंदा परफ्यूम, बाबा जी मैं नवां लैके आया, बाहरों मंगाया बाबा जी वास्ते, लियाओ छिड़काओ, बड़ी चंगी गल है, पर भलिया परमात्मा दा नाम जपी। ये सतगुरु इत्थे हिंदू की गल कर रहे हैं। हिंदू वीर की करदा है, कहंदे 6 शास्त्रां दे राहीं, 6 दर्शनां दे राहीं जिहड़ा है वो परमात्मा की पहलां दी सूखम की व्याख्या करदा है, बाद उसे ही परमात्मा नूं मूर्ति दे विच पूजना शुरू कर दिंदा। सतगुरु कहंदे कोई गल ना होई, एक पासे उन्होंने विशाल कह रहा है, एक पासे जिहड़ी छोटी जी मूर्ति दे विच उन्होंने पूजदा पिया है, ये तेरा जीवन ना होया। अगे हुण गल तीसरे नंबर ते जोगी दी है, कह लगे जोगी सुन ध्यावन जेते, अलख नाम करतार। सुन कहंदे ने उस अवस्था नूं जिथे अफुर हो जाए। इनू सौखा समझण वास्ते आ गर्मी आउणी आ, तुसीं बर्फ पाउने आपां रैबरां दे विच, बर्फ नूं हत्थ ते रखो तो 2 मिनट बाद हत्थ लाल हो जाता। असीं की कहने की हो गया, हत्थ सुन्न हो गया। सुन्न कहने ना, भाव वो खून अपना सर्कल बंद कर देना, हरकत बंद हो गई। जिथे मन दे विच ख्याल उठने, मन च फुरने उठने बंद हो जाण, उन्होंने सुन्न अवस्था कहा जाता है। हुण जोगी की करता है, जोगी सारा जोर ला के अपने 10वें द्वार दे विच, ते वो उस अलख, अलख का अर्थ है वो परमात्मा जिहड़ा लखिया ना जाए, अलख दा अलख नाम करतार, अलख दा रटन करदा, उहदा जाप करदा है,
ਤੇ ਧਿਆਨ ਨੂੰ ਸੁਣਨ ਦੇ ਵਿੱਚ ਲੈ ਜਾਂਦਾ। ਬੜੀ ਚੰਗੀ ਗੱਲ ਹੈ, ਚੰਗੀ ਗੱਲ ਹੈ ਜੋਗੀ ਵਾਸਤੇ ਸੁਣਨ ਦੇ ਵਿੱਚ ਜਾਣਾ। ਯਾਦ ਰੱਖਿਓ ਸੁਣਨ ਦੇ ਵਿੱਚ ਗਿਆ ਹੋਇਆਂ ਨੂੰ ਹੀ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਇਹ ਚੀਜ਼ਾਂ ਚਲੋ ਅਸੀਂ ਕਈ ਵਾਰੀ ਸਿੱਖ ਕਹਿਣ ਤੋਂ ਡਰਦੇ ਨੇ ਵੀ ਕਰਾਮਾਤਾਂ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ। ਅਸਲ 'ਚ ਤੂੰ ਨਾਮ ਜਪਦਾ ਜਪਦਾ ਜਿਸ ਵੇਲੇ ਆਪਣੇ ਆਪ ਨੂੰ ਸੂਖਸ਼ਮ ਕਰ ਲਏਗਾ ਨਾ, ਉਸ ਸੂਖਸ਼ਮ ਦੇ ਵਿੱਚ ਉਹ ਦਾਤਾਂ ਮਿਲ ਜਾਂਦੀਆਂ ਨੇ ਕਿ ਕਈ ਵਾਰੀ ਅਸਥੂਲ ਮਨੁੱਖ ਉਸ ਨੂੰ ਵੇਖਣ ਦਾ ਪ੍ਰਯਾਸ ਨਹੀਂ ਕਰਦਾ। ਇਹ ਸੂਖਸ਼ਮ 'ਚੋਂ ਚੀਜ਼ਾਂ ਨਿਕਲਦੀਆਂ ਨੇ। ਜੋਗੀ ਤਾਈਓ ਰਿੱਧੀਆਂ ਸਿੱਧੀਆਂ ਕਰਦੇ ਸਨ। ਭਾਈ ਗੁਰਦਾਸ ਜੀ ਨੇ ਪ੍ਰਵਾਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜਿਸ ਵੇਲੇ ਜਾਂਦੇ ਨੇ, ਉਹ ਜੋਗੀਆਂ ਦੇ ਕੋਲ ਕਈ ਤਰ੍ਹਾਂ ਦੀਆਂ ਕਰਾਮਾਤਾਂ ਵਿਖਾਉਂਦੇ ਨੇ। ਉਹ ਕਰਾਮਾਤਾਂ ਸੁਣਨ 'ਚੋਂ ਉਹਨਾਂ ਨੇ ਕੱਢੀਆਂ ਹੋਈਆਂ ਨੇ। ਪਰ ਰੱਬ ਕਰਾਮਾਤਾਂ ਦੇ ਨਾਲ ਨਹੀਂ ਮਿਲਣਾ, ਰੱਬ ਇਹ ਤੋਂ ਅੱਗੇ ਸੀ। ਸਿੱਖ ਇੱਥੇ ਫਸ ਕੇ ਬੈਠ ਗਿਆ। ਅੱਜ ਸਾਡੇ ਵੀ ਚਲੋ ਇਹ ਜੇ ਬੰਦਗੀ ਵਾਲੇ ਨੇ ਨਾ, ਬੜੇ ਬੜੇ ਬੰਦਗੀ ਵਾਲੇ ਹੈਗੇ ਨੇ। ਜੇ ਆਪਾਂ ਭੰਡਦੇ ਆ ਨਾ ਕੋਈ ਪਖੰਡੀ ਨੇ, ਤੇ ਬੰਦਗੀ ਵਾਲੇ ਵੀ ਬੜੇ ਬੜੇ ਨੇ ਜਿਨ੍ਹਾਂ ਦੇ ਕੀਤੀ ਹੋਈ ਅਰਦਾਸ ਉਸੇ ਵੇਲੇ ਪ੍ਰਵਾਨ ਹੋ ਜਾਂਦੀ। ਇਹੋ ਜਿਹੇ ਵੀ ਸਿੱਖ ਨੇ। ਪਰ ਤੂੰ ਇੱਥੇ ਨਾ ਫਸ, ਇਹ ਤੋਂ ਅੱਗੇ ਚੱਲ, ਕਿਉਂਕਿ ਰਿੱਧ ਸਿੱਧ ਸਭ ਮੋਹ ਹੈ। ਸਤਿਗੁਰੂ ਕਹਿੰਦੇ ਤੂੰ ਪਰਿਵਾਰ ਦਾ ਮੋਹ ਤੋੜਿਆ, ਰਿੱਧੀਆਂ ਸਿੱਧੀਆਂ ਦਾ ਮੋਹ ਮਿਲ ਗਿਆ। ਇਹ ਵੀ ਤੇ ਪਿਆਰ ਹੀ ਹੈ ਨਾ ਰਿੱਧੀਆਂ ਸਿੱਧੀਆਂ ਨਾਲ। ਕਦੀ ਸ਼ਕਤੀ ਨਾਲ ਇੱਦਾਂ ਕਰ ਦਿੱਤਾ, ਕਦੀ ਉੱਦਾਂ ਕਰ ਦਿੱਤਾ। ਨਾਮ ਨਾ ਵਸੈ ਮਨ ਆਏ। ਰਿੱਧੀਆਂ ਸਿੱਧੀਆਂ ਨੇ ਅੰਦਰ ਨਾਮ ਨਹੀਂ ਟਿਕਣ ਦੇਣਾ। ਹੁਣ ਜੋਗੀ ਕੀ ਕਰਦਾ? ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਕਹਿੰਦੇ ਉਹ ਉਸ ਅਲਖ ਦਾ, ਉਸ ਕਰਤਾਰ ਪਰਮਾਤਮਾ ਦਾ ਨਾਮ ਜਪਦਾ ਹੈ। ਤੇ ਜੋਗੀ ਲੋਕ ਉਹ ਸਨ ਜਿਹੜੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਜਾ ਕੇ ਬੈਠ ਕੇ ਜਿਨ੍ਹਾਂ ਨੇ ਸੰਸਾਰ ਨੂੰ ਛੱਡ ਦਿੱਤਾ। ਤੇ ਲੋਕਾਂ ਨੇ ਇਹਨਾਂ ਦੀਆਂ ਕਰਾਮਾਤਾਂ ਤੋਂ ਡਰਨ ਕਰਕੇ ਇਹਨਾਂ ਨੂੰ ਪੂਜਣਾ ਸ਼ੁਰੂ ਕੀਤਾ। ਸਭ ਤੋਂ ਵੱਧ ਜੇ ਹਿੰਦੁਸਤਾਨ ਦੀ ਧਰਤੀ ਤੇ ਪ੍ਰਭਾਵ ਸੀ ਉਹ ਜੋਗੀਆਂ ਦਾ ਸੀ। ਵੱਡੇ ਵੱਡੇ ਰਾਜ ਘਰਾਣਿਆਂ ਦੇ ਮੁੰਡੇ ਜੋਗ ਮਤ ਨੂੰ ਧਾਰਨ ਕਰ ਜਾਂਦੇ ਸਨ, ਇਸੇ ਕਾਰਨ ਰਿੱਧੀਆਂ ਸਿੱਧੀਆਂ ਦੇ ਮਗਰ ਭੱਜਣ ਨੂੰ। ਅੱਜ ਸਾਡੇ 'ਚ ਵੀ ਬੜੇ ਇਹੋ ਜਿਹੇ ਮੈਨੂੰ ਸਿੱਖ ਮਿਲਦੇ ਨੇ ਕਿ ਬਾਬਾ ਜੀ ਰਿੱਧੀਆਂ ਸਿੱਧੀਆਂ ਕਿੱਦਾਂ ਮਿਲ ਗਈ। ਮੈਂ ਕਹਿ ਦਿੰਦਾ ਮੈਨੂੰ ਅਜੇ ਤੱਕ ਆਪ ਨਹੀਂ ਮਿਲੀਆਂ, ਤੁਹਾਨੂੰ ਕੀ ਦੱਸਾਂ। ਇਹ ਕੇਵਲ ਤੇ ਕੇਵਲ ਵਹਿਮ ਭਰਮ ਪਾਇਆ ਜਾਂਦਾ ਹੈ। ਸਿੱਖ ਦਾ ਜੀਵਨ ਰਿੱਧੀਆਂ ਸਿੱਧੀਆਂ ਨਹੀਂ ਗੁਰਮੁਖੋ। ਅਸੀਂ ਜੇ ਤਾਂ ਪਹਿਲੀ ਗੱਲ ਨਿਤਨੇਮ ਨੂੰ ਤੁਰਦੇ ਨਹੀਂ, ਜੇ ਤੁਰਦੇ ਫਿਰ ਰਿੱਧੀਆਂ ਸਿੱਧੀਆਂ ਮਗਰ ਭੱਜਦੇ ਹਾਂ। ਸਿੱਖ ਨੇ ਰਿੱਧੀਆਂ ਸਿੱਧੀਆਂ ਮਗਰ ਨਹੀਂ ਭੱਜਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਤੂੰ ਨਾਮ ਜਪ, ਜਪਣ ਦੇ ਨਾਲ ਰਿੱਧੀਆਂ ਸਿੱਧੀਆਂ ਤੇਰੇ ਮਗਰ ਭੱਜਣਗੀਆਂ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਾਈ। ਉਹ ਰਿੱਧੀਆਂ ਸਿੱਧੀਆਂ ਤੇਰੇ ਮਗਰ ਆਉਂਦੀਆਂ ਨੇ। ਸੋ ਜੋਗੀ ਕੀ ਕਰਦਾ ਹੈ? ਜੋਗੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋਗੀ ਉਹ ਹੈ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਕਹਿੰਦੇ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਈ। ਜੋਗੀ ਉਹ ਸੀ ਜਿਹੜਾ ਸਾਰਿਆਂ ਨੂੰ ਬਰਾਬਰ ਰੱਖਦਾ। ਪਰ ਇਹ ਕਰਾਮਾਤਾ ਦੇ ਚੱਕਰਾਂ 'ਚ ਪੈ ਗਿਆ। ਜੋਗੀ ਸੁਨ ਧਿਆਵਨ ਜੇਤੇ। ਜਿੰਨੇ ਜੋਗੀ ਨੇ ਇਹ ਸੁਨ ਦੇ ਵਿੱਚ ਪ੍ਰਮਾਤਮਾ ਨੂੰ ਧਿਆਉਂਦੇ ਨੇ। ਕਿਵੇਂ? ਅਲਖ ਨਾਮ ਕਰਤਾਰ। ਉਸ ਕਰਤਾਰ ਨੂੰ ਅਲਖ ਲੈ ਕਹਿ ਕੇ ਉਹਨੂੰ ਜਪਦੇ ਨੇ। ਸੂਖਮ ਮੂਰਤ। ਇਹ ਜੋਗੀਆਂ ਦੇ ਕੋਲ ਬਹੁਤ ਵਧੀਆ ਸਿਧਾਂਤ ਸੀ। ਉਹ ਸੂਖਸ਼ਮ ਨੂੰ ਜਿਹੜਾ ਸੀ ਪ੍ਰਮਾਤਮਾ ਦੀ ਮੂਰਤੀ ਨੂੰ ਅੰਦਰ ਧਿਆਨ ਧਰ ਕੇ, ਜਿਹਨੂੰ ਬਾਣੀ ਨੇ ਕਿਹਾ ਨਾ ਤੂੰ ਸ਼ਬਦ ਦਾ ਧਿਆਨ ਧਰਨਾ ਹੈ, ਜੋਗੀ ਵੀ ਉਹੀਓ ਕੁਝ ਕਰਦੇ ਸਨ। ਪਰ ਕਿਤੇ ਨਾ ਕਿਤੇ ਜਾ ਕੇ ਫਸ ਗਏ। ਇਹੋ ਕਾਰਨ ਗੁਰੂ ਸਾਹਿਬ ਨੂੰ ਮੁੱਲਾ ਮਿਲੇ, ਮੁਲਾਣੇ ਮਿਲੇ, ਬਾਹਮਣ ਮਿਲੇ, ਹਿੰਦੂ ਮਿਲੇ, ਪੰਡਿਤ ਮਿਲੇ, ਕਈ ਤਰ੍ਹਾਂ ਦੇ ਲੋਕ ਮਿਲੇ। ਜੇ ਸਭ ਤੋਂ ਵੱਧ ਅੰਦਰ ਦੇ ਸਵਾਲ ਕੀਤੇ ਤੇ ਉਹ ਸਿੱਧਾਂ ਨੇ ਕੀਤੇ। ਸਿੱਧ ਗੋਸ਼ਟ ਦੀ ਜਿਹੜੀ ਬਾਣੀ ਹੈ ਨਾ, ਉਹਦੇ ਵਿੱਚ ਬਹੁਤ ਇਹੋ ਜਿਹੇ ਸਵਾਲ ਨੇ। ਧਿਆਨ ਕੀ ਚੀਜ਼ ਹੈ? ਲਿਵ ਕੀ ਚੀਜ਼ ਹੈ? ਸੁਰਤ ਕਿਵੇਂ ਜੋੜੀ ਜਾਂਦੀ? ਇਹ ਜੋਗੀਆਂ ਦੇ ਸਵਾਲ ਸਨ, ਕਿਉਂਕਿ ਜੋਗੀ ਇਸ ਮਾਰਗ ਦੇ ਪਾਂਧੀ ਸਨ। ਉਹ ਪਹੁੰਚੇ ਹੋਏ ਸਨ। ਬੰਦਾ ਜਿਸ ਮਾਰਗ 'ਤੇ ਗਿਆ ਉਹਦੇ ਬਾਰੇ ਉਹੀ ਪੁੱਛੂਗਾ ਨਾ ਜਿਹਨੂੰ ਬਾਰੇ ਪਤਾ ਹੈ। ਜਿਹਨੂੰ ਨੌਲੇਜ ਕੋਈ ਨਹੀਂ ਉਹ ਉਹਦੇ ਬਾਰੇ ਗੱਲ ਨਹੀਂ ਕਰਦਾ। ਸਤਿਗੁਰੂ ਮਸੀਤ 'ਚ ਜਾਂਦੇ ਨੇ, ਸਤਿਗੁਰੂ ਮੰਦਰ 'ਚ ਜਾਂਦੇ ਨੇ, ਉਹਨਾਂ ਨੇ ਇਹ ਸਵਾਲ ਹੀ ਕੀਤਾ ਧਿਆਨ ਕਿੱਦਾਂ ਜੋੜਿਆ ਜਾਂਦਾ ਹੈ। ਜੋਗੀਆਂ ਨੇ ਸਵਾਲ ਕੀਤਾ ਸੀ ਜੋਗੀਆਂ ਦੇ ਕੋਲ, ਕਿਉਂਕਿ ਧਿਆਨ ਦੀ ਵਿਧੀ ਸੀ, ਉਹ ਧਿਆਨ ਜੋੜਦੇ ਸਨ। ਸਤਿਗੁਰੂ ਕਹਿਣ ਲੱਗੇ ਸੂਖਮ ਮੂਰਤ। ਉਹ ਸੂਖਮ ਮੂਰਤ ਦਾ ਧਿਆਨ ਧਰਦੇ ਨੇ। ਨਾਮ ਨਿਰੰਜਨ। ਨਿਰਅੰਜਨ ਕਾਲਖ ਤੋਂ ਰਹਿਤ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਜਿਹਨੂੰ ਕਾਲਖ ਕੋਈ ਨਹੀਂ। ਪਰ ਕਰਦੇ ਕੀ ਨੇ? ਕਾਇਆ ਕਾ ਆਕਾਰ। ਜਦੋਂ ਉਹਦੀ ਸੁਰਤ ਸੂਖਸ਼ਮ ਦੇ ਵਿੱਚ ਟਿਕਣ ਲੱਗਦੀ ਹੈ ਤੇ ਇਹ ਕਾਇਆ ਦਾ ਅਰਥ ਹੈ ਸਰੀਰ, ਭਾਵ ਕਰਾਂਗੇ ਅਸਥੂਲ। ਅਸਥੂਲ ਨੂੰ ਕੁਦਰਤ ਦੇ ਵਿੱਚ ਵੇਖ ਕੇ ਤੇ ਪਰਮਾਤਮਾ ਨੂੰ ਕੁਦਰਤ ਦੇ ਵਿੱਚ ਵੇਖਣ ਲੱਗ ਪੈਂਦੇ ਨੇ, ਜਿਹਦੇ ਕਾਰਨ ਰਿੱਧੀਆਂ ਸਿੱਧੀਆਂ ਦੇ ਵਿੱਚ ਫਸ ਕੇ ਇਹ ਉੱਥੇ ਦੇ ਉੱਥੇ ਰਹਿ ਜਾਂਦੇ ਨੇ। ਧਿਆਨ ਇਹਨਾਂ ਨੇ ਸੂਖਸ਼ਮ ਤੋਂ ਧਰਿਆ, ਬਾਅਦ 'ਚ ਅਸਥੂਲ ਦੇ ਵਿੱਚ ਆ ਗਏ। ਮਾਫ਼ ਕਰਨਾ, ਅਸੀਂ ਵੀ ਕਿਸੇ ਵੇਲੇ ਗੁਰੂ ਦੀ ਮੂਰਤ ਦਾ ਧਿਆਨ ਧਰਦੇ ਆ। ਬਾਣੀ ਕਹਿੰਦੀ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ। ਜਿਹੜੀਆਂ ਸਾਡੇ ਕੋਲ ਫੋਟੋਆਂ ਮੈਂ ਬੜੀ ਵਾਰੀ ਕਲੀਅਰ ਕੀਤੀਆਂ, ਇਹ ਗੁਰੂ ਨਾਨਕ ਸਾਹਿਬ ਦੀ ਫੋਟੋ ਨਹੀਂ ਹੈ ਜਿਹੜੀ ਸਾਨੂੰ ਫੋਟੋ ਵਿਖਾਈ ਜਾਂਦੀ। ਇਹ ਸ਼ੋਭਾ ਸਿੰਘ ਪੇਂਟਰ ਦੀ ਹੈ। ਇਹ ਵਾਦ ਵਿਵਾਦ ਬੜੀ ਵਾਰੀ ਹੋ ਚੁੱਕਾ ਹੈ। ਚਲੋ ਇਹ ਗੱਲ ਵੱਖਰੀ ਹੈ। ਸਿੱਖ ਨੇ ਮੂਰਤ ਦਾ, ਸਿੱਖ ਨੇ ਗੁਰੂ ਦੀ ਫੋਟੋ ਦਾ ਧਿਆਨ ਨਹੀਂ ਧਰਨਾ। ਸਿੱਖ ਨੇ ਗੁਰੂ ਦੇ ਸ਼ਬਦ ਦਾ ਧਿਆਨ ਧਰਨਾ ਹੈ। ਸਤਿਗੁਰੂ ਕਹਿਣ ਲੱਗੇ ਇਹਨਾਂ ਨੇ ਸੂਖਸ਼ਮ ਮੂਰਤ ਦੇ ਵਿੱਚ ਧਿਆਨ ਤੇ ਟਿਕਾਇਆ। ਸੂਖਮ ਮੂਰਤ ਨਾਮ ਨਿਰੰਜਨ।
उस निरंजन नूं जपिया काया का आकार। पर जिस वेले उस परमात्मा तक पहुँचण की गल आई उस वेले अस्थूल दे विच काया दे विच फस के रह गए। ये तीन धार्मिक फिरके ने। एक फिरका होर है जिहड़ा रब नूं नहीं जपदा, जिहड़ा नाम तो नहीं जपदा, जिहदे कोल समा नहीं पर पैसा बड़ा है, दिल करदा मैं लोकां नूं दान पुण्य करके अपना भला कर लेवां। ਉਹ ਲੋਕ ਨੇ ਸਤੀਆਂ, सतगुरु शब्द वरतते ने सतियां मन संतोख उपजै देना कै विचार। इत्थे सतियां का अर्थ वो सती होई नहीं करना। सती का अर्थ यह भी आउंदा जिस बीबी का ये जिहड़ा सी साईं सिर दा चलिया जांदा सी उहनूं जिंदी नूं चिता दे विच सुट देना, उहनूं सती होना कहा जांदा सी। इत्थे अर्थ वो नहीं है। इत्थे सती का अर्थ है जिहड़ा दानी सुभाਅ। हुण जिहड़े लोकां कोल पैसा सी, गल ते उत्थे है ना भी रब नूं किवें धिआउणा है, रब नूं धिआउणा इन्हां सारिਆਂ ने दूर कर दिता, पैसे वाले ने भी दूर कर दिता। इन्हां सोचिया चलो की कीता जावे। सतियां मन संतोख उपजै देना कै विचार। विचार आपां इत्थों चालू करांगे, देना कै विचार। सतियां दे दानियां मनुक्खां दे मन च ये गल आई कि रब दे नां दे उत्ते कुछ दान पुण्य कीता जावे, देना कै विचार। हुण जे दान पुण्य करना है तो जेब चों करना है, उहदे वास्ते की करदे ने सतियां मन संतोख। ये हुण थोड़ा जिहा संतोख दे नाल चलदे ने। इधरों भी 4 पैसे बचा लीए, चलो दान पुण्य ते ला दांगे, इधरों भी 2 रुपये बचा लीए, चलो दान पुण्य ते ला दांगे। बड़ी चंगी गल है। दान पुण्य सिख जिहड़ा है वो गऊ गरीब की जिहड़ी रखिया भी करदा ते गऊ गरीब की बांह भी फड़दा है। इस नूं गुरु घर दे विच दसवंध कहा गया सी भी तू दसवंध कढ। अज सिख दसवंध तो बड़ा भजदा जी। ये 10वां हिस्सा सी ना गुरु का। 100 रुपया होवे और चो दसवंध 10 रुपये कढने बड़े सौखे ने। कहंदा मैं गुरु दे नां ते दसवंध कर दिता, ढंडोरा पट दिता, 1000 चो 100 कढ दिंदा है, लख दे विचों 10,000 कढ दिंदा। जिस दिन 10 लाख मिलदा उस दिन लख कढन लग्या चित्त घाऊ माऊ करदा, हुण की करां। जिस वेले फिर इहदे कोल करोड़ आउंदा है, करोड़ चो 10 लाख कढना पैना है। मन कहंदा मना इहो 10 लाख रुपया किते होर लाया हुंदा, काम कर वधिया सैट हो जाना, चंगी भली गड्डी आ जानी 10 लाख दी, किहड़े पासे नूं तुर पिया। ते जदों ज़्यादा पैसा आ जांदा ना साडे कोल, 100 चो 10 रुपये पूरी ईमानदारी नाल करदा सी, अज महीने दे लखां कमाउंदा है, लखां दे हिसाब नाल दसवंध कढना। हुण कहंदा जी मैं दसवंध नहीं उदां ही गुरु साहब नूं सेवा दे देना। भाव मगर घबला कर गया ना विच, थोड़े बहुते जिन्ना कि जी कीता दे दिते, बाकी दसवंध की रकम रख ली। नहीं, सिख लई दसवंध बहुत जरूरी है। सिख अपनी कमाई का 10वां हिस्सा जिहड़ा भलाई दे नाम दे उत्ते, गुरु दे नाम दे उत्ते जरूर कढे। सतियां मन संतोख उपजै। सतगुरु कहंदे दानियां मनुक्खां दे मन च सुभाਅ पैदा होया, चाह पैदा होया, देना कै विचार कि मैं जिहड़ा लोकां नूं भला करां, दान पुण्य करां। बड़ी चंगी गल सी। पर ये फस कित्थे गए। कहंदे दे दे मंगै। हुण दान ते कर दिता, गरीबां नूं कंबल वंड दिते, सियाल दे विच बच्चा कोई नंगे पैरी सी उहनूं बूट लैके दे दिते, कोई खाली पेट सी उहनूं प्रशादा पानी छका दिता, किसी की लोड़ पूरी कर दी, दान कर दिता। दान करके आण के अरदास करदा है, रब्बा मैं दान किया, हुण मेहर करी, मेरी किरत कमाइयां दे विच भी बरकत पावीं। इदां ही है ना, बाबे दे कोल अरदास कराई जाती है, एक गल नाल कही जाती है, पातशाह इहदी किरत कमाइयां दे विच जिहड़ी बरकत पावीं। भाव जे तैनूं 100 दिता है, हुण की करां, दे दे मंगे सहसा गुणा, 1000 गुणा मैनू दे दे। मैं रुपया दिता तो मैनू शामां नूं 1000 कर दें। इन्हां ते कोई ब्याज बैंक भी नहीं अज तक लाउंदा जिन्ना मनुख लाउंदा पिया है। सतगुरु कहण लगे अगे इथों काम नहीं खत्म हुंदा दानियां दा, अगे मन च एक भुख है, शोभ करे संसार। शोभ का अर्थ है वडियाई। जे मैं दान करदा तो लोगों को पता लगना चाहिए, तो मेरी लोगों की शोभा होनी चाहिए, फलाने बंदे ने दान किया है। अज भी तुसी, मैं पिछले दिनी अर्ज की, सड़कों के उत्ते लगे हुए वाटर कूलर देख लियो, उन्होंने उत्ते नाम लिखिया हुंदा है, किहड़ी गल्लों लिखिया हुंदा, ये फलाने बंदे ने कीती है सेवा जी। अज भी गुरु घरां दीयां जिहड़ियां पुराणियां चगाठां ने पत्थर दीयां, उन्हां दे उत्ते चगाठ भेटा करन वाले दा नाम उकरिया होया है। अज भी पुराने जिहड़े गुरु घरां च सिल्लां लगियां होईयां ने, उन्हां दे उत्ते सिल लगी हुई है, फलाने बंदे ने इन्नी सेवा कीती, इन्नी सेवा कीती। काहदे वास्ते, कल नूं जदों बंदा अपने बच्चों के नाल, पोतरे पर पोतरियां दे नाल आउंदा तां भी कहंदा वेख ला पुत्त मेरा नाम दी सिल लगी, मैं इन्ना गुरु घर नूं दान दिता सी। सतगुरु कहंदे ये गल ना कोई होई, दे दे मंगे सहसा गुणा, शोभ करे संसार। तू इस हिसाब के नाल रब को मंगदा है, रुपया चढ़ाउणा है, कहना रब मैनू 100 गुणा 1000 गुणा जिहड़ा वापस ज़्यादा दे देवे तो शोभ करे संसार। सतगुरु कहंदे ये बिजनेस तो हो सकता, ये सेवा नहीं हो सकती। ये एक बिजनेस हो गया ना, मैं 100 रुपया दिता तो मैनू जिहड़ा उहदे बदले जिहड़ा 10,000 रब दे देवे, ये बिजनेस तो हो सकता है। मैं किसी का भला करा, कोई मेरा करे, ये बिजनेस तो हो सकता है, पर यह सेवा नहीं हो सकती। सेवा किदां, कबीर सब ते हम बुरे,
हम तज भलो सब कोए जिन ऐसा कर्म बूझिया मीत हमारा सोए। फरीदा बुरे दा भला कर गुस्सा मन ना हंडाए देही रोग ना लगे इस पल्ले सब कुछ पाए। तेरा फायदा तो तां सी कोई माड़ा भी मिलता उहदा भी भला करके ते तू रब दे अगे अरदास करदा कि रब्बा किरपा करी मेरे मन दे विच ये मन चितवे ना ये जिहड़ी गल बार बार रिपीट ना होवे। पर मनुख नहीं जे भुलदा। मैं पिछले दिन कहा सी असीं गुरु घर दे विच भेटां चढ़ाउने आ पैसे चढ़ाए ते जिन्ना चिर सानूं सरूपा ना दिता जाए संगत दे सामने उन्ना चिर साडे मन नूं तसल्ली कोई नहीं हुंदी। सरूपा मिल जाए फिर सरूपा जोड़ के पेटी च रख देना 2 मीटर का सरूपा किते काम नहीं आउंदा। मैं बड़ी वारी वेखिया अज साडी कौम एक रुमालियां दे एक सरूपियां दे बहुत ज़्यादा कपड़ा खराब किया जाता है। ठीक है मेरी गल थोड़ी जी चुभेगी पर सच्ची गल है। सरूपा किन्ने मीटर का देंदे हो 2 मीटर का 2.5 मीटर का हद 2.5 मीटर का किते काम नहीं जे आउंदा। एक बीबी इत्थे मिली सी मैनूं वो कहिंदी इहदी ते सानूं बुक्कल भी नहीं वजदी। तो सच्ची गल है जिहड़ी पेटियां दे भाग बने ने उस सरूपे का लाभ की है ना तो सरदार बंदे दे सिर ते वजदा है ना ये पग थले फिट बहिंदा है ना ये उदां आउंदा ना ये गल च पैंदा है ना किसी बीबी दे सिर दे उत्ते आउंदा है। ये साडे कोल बड़े बड़े ढेर लगे हुंदे ने खड़िया जाके पेटी च रख दिता। रुमाले साहब गुरु घर च आउंदे ने बड़े बड़े दंदे लग जाते हैं ढेर लग जाते हैं किहड़े खाते दे विच जांदे ने। असीं केवल ते केवल मन च एक वहम है कि अपने मन की तसल्ली होर कुछ नहीं। सतगुरु कहिंदे तू दान करदा है दान करके कई गुणा ज़्यादा पिया मंगदा है दे मंगे सहसा गुणा शोभ करे संसार। ये 4 फिरके हो गए जी। गल आपां इत्ते मुकाउणी है नानक भगतां भुख सालाहन। भगत जिहड़े ने बंदगी करते हैं ही मुसलमान की करदा वो शरह दा पाबंद है बंदगी दूर है। जिहड़ा हिंदू है वो धूप बट्टी दई जांदा है सिमरन तो दूर है। तीसरा जोगी वो सूखम मूर्त का ध्यान तो धरता है रिधियां सिद्धियां दे विच फस गया परमात्मा तो दूर है। अमीर मनुख जिहड़ा है वो पैसे दे के जिहड़ा है दान पुण्य कर देंदा वो रब तो दूर है। तो सच्ची गल है लोगन राम खिलौना जाना असी रब भी अमीरां दा बनाया होया है। जिहड़ा साडा फिरका है ना बाबियां दा जे कोई गरीब आ जाए ना जिन्हें रुपया 100 चढ़ाउणा है ਉਹਦੇ ਨਿਆਣੇ ਨੂੰ ਦਬਕੇ ਮਾਰ ਕੇ ਕਿਹਾ ਜਾਂਦਾ ਹੈ ਕਿ ਤੂੰ ਅੰਮ੍ਰਿਤ ਛਕ ਤੂੰ ਕੀ ਵਾਲ ਕਟਾਏ ਨੇ। ਤੇ ਜਿਹਦੇ ਪੱਲੋਂ ਪਤਾ ਹੈ ਕਰੋੜਾਂ ਰੁਪਏ ਆਉਣੇ ਨੇ ਉਹਦਾ ਮੁੰਡਾ ਚਿੱਟਾ ਵੀ ਲਾ ਕੇ ਆਸੇ ਅਸੀਂ ਤਾਂ ਵੀ ਸਰੂਪਾ ਪਾ ਦਿੰਦੇ ਬੰਦਾ ਬੜਾ ਗੁਰਮੁਖ ਹੈ। ਸਾਡੀ ਆ ਅੱਜ ਪਰਿਭਾਸ਼ਾ ਹੈ ਜੀ ਇਹ ਸੱਚੀ ਗੱਲ ਹੈ। ਇਹਦੇ ਵਿੱਚ ਅਸੀਂ ਕਸੂਰਵਾਰ ਮੈਂ ਕੱਲ ਵੀ ਕਿਹਾ ਸੀ ਕੋਈ ਗੁੱਸਾ ਨਾ ਕਰੇ ਸਾਰਿਆਂ ਨੂੰ ਬਾਬੇ ਨਾਨਕ ਨੇ ਰਗੜਨਾ ਹੈ। ਸਾਡੀ ਪਰਿਭਾਸ਼ਾ ਸਿੱਖ ਦੀ ਹੋਰ ਹੈ। ਇੱਕ ਅਮੀਰ ਮਨੁੱਖ ਆਉਂਦਾ ਹੈ 25-30 ਲੱਖ ਰੁਪਏ ਵਾਲੀ 50 ਲੱਖ ਦੀ ਗੱਡੀ ਤੇ ਆਉਂਦਾ ਹੈ ਉਹਦਾ ਸਾਫ਼ ਦੇਖਦਾ ਪਿਆ ਹੈ ਕਿ ਜਿਹੜਾ ਪੁੱਤ ਹੈ ਉਹ ਕਲੀਨ ਸ਼ੇਪ ਹੈ ਉਹਨੂੰ ਅਸੀਂ ਆਓ ਜੀ ਕਰਦੇ ਹਾਂ। ਇੱਕ ਸਧਾਰਨ ਜਿਹਾ ਸਿੱਖ ਹੈ ਤਨ ਦੇ ਬਸਤਰ ਵੀ ਪੱਟ ਨੇ ਉਹਨੂੰ ਵੀ ਅਸੀਂ ਭਜਾ ਦਿੰਦੇ ਜਾ ਕੇ ਕੱਪੜੇ ਚੱਜ ਦੇ ਪਾ ਕੇ। ਆਹ ਸਾਡੀ ਪਰਿਭਾਸ਼ਾ ਹੈ ਸਿੱਖ ਦੀ ਆਹ ਧਰਮ ਦੀ ਪਰਿਭਾਸ਼ਾ ਹੈ। ਸਤਿਗੁਰੂ ਕਹਿੰਦੇ ਜੇ ਪੈਸੇ ਦੇ ਨਾਲ ਰੱਬ ਮਿਲ ਜਾਂਦਾ ਹੁੰਦਾ ਮੈਂ ਬੜੀ ਵਾਰੀ ਕਿਹਾ ਮਲਕ ਭਾਗੋ ਵਰਗੇ ਕਦੀ ਇਹਦੇ ਲੈ ਜਾਂਦੇ। ਭਾਈ ਲਾਲੋ ਦੇ ਘਰ ਬਾਬਾ ਨਾਨਕ ਕਦੀ ਨਾ ਜਾਂਦਾ। ਬਾਬਾ ਨਾਨਕ ਕੇਵਲ ਤੇ ਕੇਵਲ ਗਰੀਬਾਂ ਦਾ ਹੈ ਜਾਂ ਇਉਂ ਕਹਿ ਲਈਏ ਨਾਮ ਜਪਣ ਵਾਲਿਆਂ ਦਾ ਹੈ। सतगुरु कह लगे तू पैसे दे नाल रब नूं नहीं खरीद सकदा। माड़े बंदे को दान जोगे नहीं हुंदे। मैं कई बारी इदां भी देखदा जो चलो दसवंध की गल करते हैं ना जिहदे घर की रोटी चलती वो नहीं कर सकता कई बड़ी मुश्किल आउंदी परिवारां दे विच जिहदी तनखाह जिन्हों तुसीं 5-7 हज़ार रुपया देंदे जे वो 500-600 रुपया दसवंध कर देगा। 600 का माड़े बंदे के घर का राशन आ जाता हफ्ते का वो की करेगा। बड़ी तगड़ी किसी वेले मुसीबत खड़ी हो जाती है। सिख जिहड़ा है वो दानी सुभाव जरूर रखे पर मन दे विच कदी चितारे ना कह लगे ये की करदा सतियां मन संतोख उपजे देना कह विचार। उस तो अगे एक फिरका है ये तो धर्मी लोग सन जिहड़े अपने आप नूं कहिंदे मल मारी भी अहीं रब लिया मुल ये तो सन। हुण इहदे च साडे वर्गे अगे जी चोरां यारां तै कूड़ियारां खराबां बेकार। ये अर्थ थोड़ा जिहा दिल रख के सुन लिओ। हुण चोर जिहड़े चोरी करते हैं साडी फट निगाह च बन जाती फलाने बंदा पैसे चुकदा वो चोर है जिहड़ा किसी के घर दे विच चोरी करदा वो चोर है। पर नहीं याद रखियो जे तुसी अपनी अखां दे नाल किसी दा रूप तकदे जे ये भी चोर है। जे तुसी किसी नूं कॉपी करदे जे वेख के ये भी चोरी है। चोरी एक किस्म की नहीं किसी दे बोल हुण मैं प्रचारक है किसी की कथा सुन के तुहानूं सुना दिता ये भी चोरी है। बड़ी परिभाषा डूंगी है चोरां दी। इहनूं इउं ना समझो भी जिन्हें सामने जे मस्कीन जी ये कहिंदे हुंदे सन जिहड़ा 100 करे वो चोर जिहड़ा वड्डा डाका मारे वो साधु। इदां कीता जांदा है ना उन्होंने असीं साधु उन्होंने असीं महात्मा जी बना दिंदे आ। पर याद रखियो चोरी के बड़े कॉन्सैप्ट ने। एक नहीं निक्की निक्की गल दे जिहड़ी चीज़ ते हक तुहाडा नहीं सी उन्होंने तुसीं अपने कोल लैके आउंदे जे उन्होंने बाबा कहिंदा ये चोरी है।
ਇਹ ਤੈਨੂੰ ਬਿਲਕੁਲ ਗੁਰੂ ਘਰ ਦੇ ਵਿੱਚ ਆਗਿਆ ਨਹੀਂ ਮਿਲੇਗੀ ਕਿ ਤੂੰ ਚੋਰੀ ਦਾ ਮਾਲ ਲੈ ਕੇ ਆ ਜਾ। ਇਹ ਗਾਂ ਅੱਗੇ ਜਾ ਕੇ ਸ਼ਲੋਕ ਆਉਣਾ, ਜੇ ਮੁਹਾਕਾ ਘਰ ਮੋਹੇ ਘਰ ਮੈਂ ਪਿਤਰੀ ਦੇ, ਉਹ 'ਚ ਮੈਂ ਅਰਜ਼ ਕਰਾਂਗਾ ਚੋਰੀ ਦਾ ਕੀਤਾ ਹੋਇਆ ਦਾਨ ਪੁੰਨ ਵੀ ਕੀਤੀ ਹੋਈ, ਤੁਹਾਡੀ ਚੋਰੀ ਦੇ ਪੈਸਿਆਂ ਦੀ ਅਰਦਾਸ ਹੋਈ, ਤੁਸੀਂ ਵੀ ਮਰੋਗੇ ਤੇ ਅਸੀਂ ਵੀ ਮਰਾਂਗੇ। ਇਹ ਸੱਚੀ ਗੱਲ ਹੈ। ਇਹ ਸ਼ਲੋਕ 'ਚ ਆਪਾਂ ਵਾਚਾਂਗੇ। ਸਤਿਗੁਰੂ ਕਹਿ ਲਗੇ ਚੋਰਾਂ, ਅੱਗੇ ਸ਼ਬਦ ਹੈ ਯਾਰ। ਇਹ ਦੋ ਸ਼ਬਦ ਨੇ, ਇੱਕ ਜੱਜੇ ਨਾਲ ਯਾਰ ਆਉਂਦਾ ਹੈ, ਇੱਕ ਯਈਏ ਦੇ ਨਾਲ ਯਾਰ ਆਉਂਦਾ ਹੈ। ਜਿੱਥੇ ਤੇ ਯਈਏ ਦੇ ਨਾਲ ਯਾਰ ਆਉਂਦਾ ਉਹਦਾ ਅਰਥ ਹੁੰਦਾ ਦੋਸਤ, ਚੰਗਾ ਦੋਸਤ, ਪੋਜ਼ਿਟਿਵ। ਗੁਰਬਾਣੀ ਦੇ ਵਿੱਚ ਯਈਏ ਦੇ ਨਾਲ ਯਾਰ ਕਰਕੇ ਪ੍ਰਮਾਤਮਾ ਨੂੰ ਵੀ ਆਵਾਜ਼ ਮਾਰੀ ਹੈ, ਯਾਰ ਵੇ ਸੁਣ ਹੱਬੇ ਮੂੰਹ ਕਹੀ ਨਾ ਜਿਹੀ ਆ। ਉੱਥੇ ਪ੍ਰਮਾਤਮਾ ਨੂੰ ਯਈਏ ਦੇ ਨਾਲ ਹੈ, ਇੱਥੇ ਜੱਜੇ ਦੇ ਨਾਲ ਹੈ। ਜੱਜੇ ਦੇ ਨਾਲ ਯਾਰ ਦਾ ਅੱਜ ਦੇ ਭਾਸ਼ਾ 'ਚ ਅਰਥ ਕਰ ਲਓ ਜੀ ਕਰੈਕਟਰਲੈਸ, ਜਿਹੜਾ ਸਵੇਰੇ ਕਿਸੇ ਨਾਲ ਫਿਰਦਾ ਸੀ, ਦੁਪਹਿਰੇ ਕਿਸੇ ਨਾਲ, ਸ਼ਾਮ ਨੂੰ ਕਿਸੇ ਨਾਲ। ਮੈਂ ਪਹਿਲਾਂ ਕਿਹਾ ਸੀ ਅਰਥ ਕਰਨੇ ਬੜੇ ਔਖੇ ਨੇ ਇਹਨਾਂ ਪੰਕਤੀਆਂ ਦੇ ਉੱਤੇ, ਪਰ ਅੱਜ ਸਾਡਾ ਸਮਾਜ ਜਾਰੀਆਂ ਬਹੁਤ ਵਾਲੇ ਪਾਸੇ ਭੱਜਦਾ ਜਾ ਰਿਹਾ। ਇਹ ਯਾਰ ਨਹੀਂ ਲੱਭਦਾ, ਇਹ ਯਾਰ ਲੱਭਦਾ ਹੈ। ਸੱਚੀ ਗੱਲ ਹੈ। ਅਸੀਂ ਇਹ ਜਾ ਕੇ ਅੱਗੇ ਜ਼ਿਕਰ ਆਵੇਗਾ। ਸਤਿਗੁਰੂ ਕਹਿੰਦੇ ਨੇ ਜੇ ਤੂੰ ਆਸ਼ਕੀ ਕਰਨੀ ਹੈ ਤਾਂ ਕਿਹੋ ਜੀ ਆਸ਼ਕੀ ਕਰ, ਜੇ ਤੂੰ ਨਾਮ ਜਪਣਾ ਹੈ ਤੇ ਕਿਵੇਂ ਨਾਮ ਜਪਣਾ। ਇਹ ਗਾਂ ਜਾ ਕੇ ਆਸ਼ਕੀ ਵਾਲਾ ਵੀ ਕਨਸੈਪਟ ਆਵੇਗਾ ਅਖੀਰ ਤੇ ਆਸਾ ਦੀ ਵਾਰ ਤੇ, ਮੈਂ ਉਦੋਂ ਅਰਥ ਕਰਾਂਗਾ, ਜ਼ਰੂਰ ਕਰਾਂਗਾ ਕਿ ਆਸ਼ਕ ਦਾ ਅਰਥ ਕੀ ਬਣਦਾ ਹੈ। ਅੱਜ ਜੋ ਕੀਤਾ ਜਾ ਰਿਹਾ ਹੈ ਇੱਥੇ ਯਾਰ ਦਾ ਮੈਂ ਸਿੱਧਾ ਅਰਥ ਕਰਦਾ ਵਾਂ, ਉਹ ਮਨੁੱਖ ਜਿਹੜਾ ਪਰਾਈ ਇਸਤਰੀ ਤੇ ਪਰਾਏ ਮਰਦ ਦੇ ਸਰੀਰ ਦੇ ਵੱਲ ਆਕਰਸ਼ ਹੁੰਦਾ ਹੈ, ਉਹਨੂੰ ਅਜਾਰ ਕਿਹਾ ਜਾਂਦਾ ਹੈ। ਮੈਂ ਬੜੇ ਧੀਆਂ ਭੈਣਾਂ ਬੈਠੀਆਂ ਬੜੇ ਸੰਕੋਚਵੇਂ ਸ਼ਬਦ ਵਰਤ ਰਿਹਾ, ਪਰ ਇਹ ਸਾਡੀ ਮਜਬੂਰੀ ਹੈ। ਮੈਂ ਗੁਰੂ ਦੇ ਸਿਧਾਂਤ ਨੂੰ ਲੁਕੋ ਨਹੀਂ ਸਕਦਾ। ਮਹਾਨ ਕੋਸ਼ ਨੂੰ ਪੜ੍ਹ ਰਹੇ, ਉਹਦੇ ਵਿੱਚ ਯਾਰ ਦੇ ਇਹੋ ਅਰਥ ਕੀਤੇ ਹੋਏ ਨੇ। ਚੋਰਾਂ, ਜਿਹੜੇ ਲੋਕ ਚੋਰੀਆਂ ਕਮਾਉਂਦੇ ਨੇ, ਯਾਰਾਂ ਜਿਹੜੇ ਲੋਕ ਥਾਂ ਥਾਂ ਦੇ ਉੱਤੇ ਜਾਰੀਆਂ ਲਾਉਂਦੇ। ਦੋਸਤ ਹੋਣਾ ਮਾੜਾ ਨਹੀਂ, ਯਾਦ ਰੱਖਿਓ ਜਾਰੀ ਲਾਉਣ ਤੋਂ ਸਤਿਗੁਰਾਂ ਨੇ ਮਨਾ ਕੀਤਾ। ਇੱਕ ਇਹ ਰਹਿਤਨਾਮਾ ਤੁਹਾਡੇ ਨਾਲ ਸਾਂਝਾ ਕਰ ਦੇਣਾ। ਕਹਿਣ ਲੱਗੇ ਪਰ ਬੇਟੀ ਸੋ ਨੇਹੋ ਜੋ ਲਾਵੇ, ਯਾਰਾਂ ਦੀ ਗੱਲ ਆ ਗਈ, ਚੁਭੇਗਾ ਕਈਆਂ ਨੂੰ। ਪਰ ਬੇਟੀ ਸੋ ਨੇਹੋ ਜੋ ਲਾਵੇ, ਕਹੇ ਗੋਬਿੰਦ ਸਿੰਘ ਉਹ ਸਿੰਘ ਨਹੀਂ ਭਾਵੇ। ਇਹਦੇ ਅਰਥ ਬੜੇ ਸੌਖੇ ਨੇ। ਜਿਹੜਾ ਕਿਸੇ ਦੇ ਆਕਰਸ਼ਿਤ ਵਾਸ਼ਨਾ ਦੇ ਵਾਲੇ ਪਾਸੇ ਹੁੰਦਾ ਹੈ ਨਾ, ਉਹ ਗੁਰੂ ਘਰ ਪ੍ਰਵਾਨ ਨਹੀਂ। ਅੱਜ ਜਿਹੜੀ ਚੀਜ਼ ਤੋਂ ਸਾਨੂੰ ਡੱਕਿਆ ਸੀ, ਸਭ ਤੋਂ ਵੱਧ ਸਾਡੇ ਧਿਆਨ ਮਾਫ ਕਰਨਾ ਉਸ ਪਾਸੇ ਜਾ ਰਿਹਾ। ਜਿਹਦਾ ਸਾਡਾ ਰਿਕਾਰਡ ਸੀ ਨਾ ਕਿ ਸਿੱਖ ਜਿਹੜੇ ਨੇ ਇਹ ਕਰੈਕਟਰ ਦੇ ਉੱਚੇ ਸੁੱਚੇ ਨੇ, ਅੱਜ ਉਨੇ ਹੀ ਸਾਡੇ ਕਰੈਕਟਰ ਜਿਹੜੇ ਨੇ ਉਹ ਨੀਵੇਂ ਜਾ ਰਹੇ ਨੇ। ਇਹਦੇ ਵਿੱਚ ਮੀਡੀਆ ਕਸੂਰਵਾਰ ਹੈ, ਇਹ ਤੇ ਸਾਡੇ ਮੋਬਾਈਲ ਕਸੂਰਵਾਰ ਨੇ, ਟੀਵੀ ਸਾਡਾ ਕਸੂਰਵਾਰ ਹੈ। ਚਲੋ ਮੈਂ ਇਸ ਗੱਲ ਨੂੰ ਜ਼ਿਆਦਾ ਨਾ ਖੋਲਾਂ, ਕਿਉਂਕਿ ਸਾਰੀਆਂ ਗੱਲਾਂ ਗੁਰੂ ਦੀ ਹਜ਼ੂਰੀ 'ਚ ਕਰਨ ਵਾਲੀਆਂ ਨਹੀਂ ਹੁੰਦੀਆਂ। ਕੁਝ ਵਿਸ਼ੇ ਲੈਕਚਰ ਦੇ ਹੁੰਦੇ ਨੇ, ਕੁਝ ਵਿਸ਼ੇ ਕਥਾ ਦੇ ਹੁੰਦੇ ਨੇ। ਚੋਰਾਂ, ਯਾਰਾਂ, ਤੈ ਦਾ ਅਰਥ ਕਰਾਂਗੇ ਅਤੇ ਕੂੜਿਆਰਾਂ। ਕੂੜ ਦਾ ਅਰਥ ਝੂਠ, ਜਿਹੜੇ ਝੂਠ ਬੋਲਦੇ ਨੇ। ਹੁਣ ਇਹ ਤੋਂ ਤਾਂ ਕੋਈ ਨਾ ਭੱਜਿਓ, ਮੈਂ ਝੂਠ ਨਹੀਂ ਬੋਲਦਾ, ਸਾਰੇ ਹੀ ਝੂਠ ਬੋਲਦੇ ਨੇ। ਸਭ ਤੋਂ ਵੱਡਾ ਝੂਠ ਤੁਹਾਡਾ ਮੋਬਾਈਲ ਹੈ। ਬੰਦਾ ਜੇ ਰਾਹ 'ਚ ਹੁੰਦਾ 10 ਕਿਲੋਮੀਟਰ ਤੇ ਕਹਿੰਦਾ ਬਸ 2 ਮਿੰਟ 'ਚ ਪਹੁੰਚ ਗਿਆ। ਨਿੱਕੀ ਨਿੱਕੀ ਗੱਲ ਤੇ ਸਾਡਾ ਝੂਠ। ਚੋਰਾਂ, ਯਾਰਾਂ, ਤੈਂ, ਕੂੜਿਆਰਾਂ, ਖਰਾਬਾਂ, ਜਿਹੜੇ ਖਰਾਬੀਆਂ ਕਰਦੇ, ਨਿੱਕੀ ਨਿੱਕੀ ਗੱਲ ਤੇ ਖਰਾਬੀ। ਜੇ ਸ਼ਰਾਰਤ ਕਰਦੀ, ਕਦੀ ਇਹਦਾ ਕੰਮ ਵਿਗਾੜ ਦਿੱਤਾ, ਕਦੀ ਇਹਦਾ ਵਿਗਾੜ ਦਿੱਤਾ। ਚੋਰਾਂ, ਯਾਰਾਂ, ਤੈਂ, ਕੂੜਿਆਰਾਂ, ਖਰਾਬਾਂ, ਬੇਕਾਰ, ਜਿਹੜੇ ਬੇਕਾਰੀ ਲੋਕ ਨੇ। ਅੱਗੇ ਸਤਿਗੁਰੂ ਕਹਿਣ ਲੱਗੇ ਇੱਕ ਹੁੰਦਾ ਖਾਏ ਚੱਲੇ ਐ ਥਾਊ। ਕਹਿਣ ਲੱਗੇ ਉਹ ਕੀ ਕਰਦੇ ਨੇ? ਕਹਿੰਦੇ ਜਿਹੜਾ ਤੈਨੂੰ ਰੱਬ ਨੇ ਇੱਥੇ ਖਾਣ ਵਾਸਤੇ ਦਿੱਤਾ ਨਾ ਜੀਵਨ ਦੇ ਵਿੱਚ, ਉਹਨੂੰ ਤੇ ਜੀਵਨ ਪੂੰਜੀ ਨੂੰ ਇੱਥੇ ਗਵਾ ਕੇ ਚਲਾ ਗਿਆ। ਤਿੰਨਾਂ ਪੇ ਕਾਈ ਕਾਰ, ਕਹਿੰਦੇ ਕੋਈ ਚੰਗੀ ਗੱਲ ਥੋੜੀ ਹੋਈ, ਤੂੰ ਇਹ ਤੋਂ ਲਾਭ ਕੋਈ ਨਾ ਚੁੱਕ ਸਕਿਆ। ਸਮੇਂ ਦੀ ਸਮਾਪਤੀ ਹੋ ਚਲੀ ਹੈ। ਮੈਂ ਅਗਲੀਆਂ ਪੰਕਤੀਆਂ ਦੇ ਅੱਖਰੀ ਅਰਥ ਕਰ ਦੇਵਾਂ, ਬਾਕੀ ਕੱਲ੍ਹ ਨੂੰ ਸਾਂਝੇ ਕਰਾਂਗੇ। ਜਲ ਥਲ ਜੀਆਂ ਪੁਰੀਆਂ ਲੋਆਂ, ਆਕਾਰਾਂ ਆਕਾਰ, ਉਹ ਪਰਮਾਤਮਾ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਜੀਆਂ ਦੇ ਵਿੱਚ, ਕਣ ਕਣ ਦੇ ਵਿੱਚ, ਭਾਵੇਂ ਪੁਰੀਆਂ 'ਚ ਕੋਈ ਰਹਿ ਰਿਹਾ ਹੈ, ਹਰੇਕ ਦੇ ਅੰਦਰ ਪਰਮਾਤਮਾ ਦੀ ਨਿਗਾਹ ਜਾਂਦੀ ਪਈ ਹੈ। ਹਰੇਕ ਮਨੁੱਖ ਜਿਹੜਾ ਹੈ ਉਸ ਪਰਮਾਤਮਾ ਦੇ ਧਿਆਨ ਦੇ ਵਿੱਚ। ਉਹ ਜੇ ਆਖਿਆ ਜਿਹੜਾ ਵੀ ਜੀਵ ਪਰਮਾਤਮਾ ਨੂੰ ਕੋਈ ਗੱਲ ਕਹਿੰਦਾ ਹੈ, ਸੋ ਤੂੰ ਹੈ ਜਾਣੇ, ਹੇ ਪ੍ਰਭੂ ਤੂੰ ਉਹਨਾਂ ਨੂੰ ਜਾਣਦਾ ਹੈ। ਤਿੰਨਾਂ ਭੇ ਤੇਰੀ ਸਾਰ, ਤੂੰ ਉਹਨਾਂ ਦੀ ਸਾਰ ਸੰਭਾਲ ਕਰਦਾ ਹੈ। ਨਾਨਕ ਭਗਤਾਂ ਭੁਖ ਸਾਲਾਹਨ ਸੱਚ ਨਾਮ ਆਧਾਰ। ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਫਿਰ ਇੱਥੋਂ ਮੈਂ ਵਿਚਾਰ ਸ਼ੁਰੂ ਕਰਾਂਗਾ। ਇੱਕ ਹੁੰਦਾ ਖਾਏ ਚੱਲੇ ਐ ਥਾਊ ਤੋਂ ਚੱਲ ਕੇ ਆਪਾਂ ਥੋੜ੍ਹਾ ਜਿਹਾ ਇਹਨੂੰ ਡਿਟੇਲ ਦੇ ਨਾਲ ਵਾਚਾਂਗੇ। ਇਹ ਸੀ ਪਹਿਲੇ ਸ਼ਲੋਕ ਦੀ ਸੀਮਤ ਦੀ ਵਿਚਾਰ। ਸਮੇਂ ਦੀ ਸਮਾਪਤੀ ਹੈ। ਮੈਂ ਬੇਨਤੀ ਕਰਾਂ, ਕੁਝ ਇਹੋ ਜਿਹੇ ਆਸਾ ਦੀ ਵਾਰ 'ਚ ਬੜੇ ਸ਼ਬਦ ਆਉਣੇ ਨੇ ਜਿਨ੍ਹਾਂ ਨੂੰ ਕਈ ਵਾਰੀ ਇਹ ਸਾਡਾ ਗਿਆਨ ਉਹਨੂੰ ਐਕਸੈਪਟ ਕਰਨ ਵਾਲੇ ਪਾਸੇ ਨਹੀਂ ਹੁੰਦਾ। ਇਹ ਕੀ ਬਾਬੇ ਨੇ ਬੋਲਤਾ, ਪਰ ਮੈਂ ਬੇਨਤੀ ਜਿੱਦਣ ਆਸਾ ਦੀ ਵਾਰ ਆਰੰਭ ਹੋਈ ਸੀ ਉਦਣ ਵੀ ਕੀਤੀ ਸੀ। ਘਰੋਂ ਪੜ੍ਹ ਕੇ ਆਓ ਆਸੇ ਦੀ ਵਾਰ, ਘਰੋਂ ਗੁਰਬਾਣੀ ਸਰਚਰ 'ਚੋਂ, ਘਰੋਂ ਮੋਬਾਈਲ ਤੋਂ ਇਹਦੇ ਅਰਥ ਪੜ੍ਹ ਕੇ ਆਇਓ। ਇੱਥੇ ਸਮਝਣੇ ਸੌਖੇ ਹੋ ਜਾਣਗੇ। ਇਹ ਮੈਂ ਨਹੀਂ, ਮੇਰਾ ਬਾਬਾ ਕਹਿ ਰਿਹਾ। ਬਹੁਤ ਸਾਰੀਆਂ ਇਹੋ ਜਿਹੀਆਂ, ਕੋਈ ਨਹੀਂ ਬਚਣਾ ਜੀ ਆਸਾ ਦੀ ਵਾਰ ਦੇ ਵਿੱਚ। ਮੈਂ ਫੇਰ ਕਹਿੰਦਾ ਹਰ ਤਰ੍ਹਾਂ ਦਾ ਬੰਦਾ, ਚੰਗਾ ਮੰਦਾ, ਹਰ ਰਗੜਿਆ ਜਾਣਾ ਹੈ। ਬਾਕੀ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਾਂਝੀ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਨਾਨਕ ਭਗਤਾਂ ਭੁਖ ਸਾਲਾਹਨ,
ਸਚ ਨਾਮ ਆਧਾਰ, ਸਦਾ ਆਨੰਦ ਰਹਿ ਦਿਨ ਰਾਤੇ, ਗੁਣਵੰਤਿਆਂ ਪਾਸ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ